दिल्ली मोर्चे हाले जारी रहणगे। मंगां मन्ने जाण तक किसानां ने सरकार नूं 3 दिनां दी मोहलत दे दित्ती है। किसान लीडर राकेश टिकैत दुनिया दे विच छा गए ने। सड़क कित्थे टुट गई है, उद्घाटन करन दे मौके ही नारियल भन्निया सी। नारियल भन्नण दे नाल ही सड़क टुट गई है। जलंधर दे विच भर्ती नूं लैके विरोध कर रहीआं कुड़ियां ते पंजाब पुलिस ने लाठी चार्ज कीता है। कौन कह रहा है कि चन्नी ने मेरी पिठ विच छुरा मार दिता है। केजरीवाल ने मुड़ सिद्धू नूं छेड़ लिया है ते पंजाबी बोलण दा पखंड क्यों कर रहे ने। केजरीवाल किने कहा दसांगे। किसानां ने सिद्धू मूसेवाले खिलाफ मोर्चा खोल दिता है। कहंदे फैन संतां दा बनदा सी, हुण गांधी परिवार दे पैरां 'च डिग पिया। मुख मंत्री चन्नी दी नक हेठ रेत माफिया चल रहा है, कौन इल्जाम ला रहा है। सिद्धू मूसेवाला कह रहा है कि मैं दलदल दे विच उतर गया। सत श्री अकाल जी, द खालस टीवी दी एमरजेंसी बुलेटिन दे विच ਤੁਹਾਡਾ ਬਹੁਤ-ਬਹੁਤ ਸਵਾਗਤ ਹੈ। मैं हरशरण कौर। बुलेटिन ਦੇ ਵਿੱਚ ਅਸੀਂ ਤੁਹਾਨੂੰ ਕੱਲ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਨੇ ਆ। ਲੋਕ ਰਾਏ ਅਸੀਂ ਇਹ ਪੁੱਛੀ ਸੀ ਕਿ ਕੰਗਣਾ ਰਣੌਤ ਨੇ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ, ਜਿਸ ਤੋਂ ਬਾਅਦ ਉਸ ਨੂੰ ਕਾਫਲੇ ਸਮੇਤ ਜਾਣ ਦਿੱਤਾ ਗਿਆ। ਵੱਡਾ ਘੇਰਾ ਪਾਇਆ ਸੀ, ਘੰਟਾ ਰੋਕੀ ਰੱਖਿਆ ਤੇ ਅਸੀਂ ਤੁਹਾਡੀ ਰਾਏ ਮੰਗੀ ਸੀ। ਤਾਂ ਸਾਰੇ ਸਾਡੇ ਦਰਸ਼ਕਾਂ ਨੇ, ਬਹੁਤ ਸਾਰੇ ਦਰਸ਼ਕਾਂ ਨੇ ਆਪਣੀ ਰਾਏ ਦਿੱਤੀ ਹੈ। 150 ਤੋਂ ਵੱਧ ਕਮੈਂਟ ਆਏ ਨੇ। ਸਾਰੇ ਤਾਂ ਅਸੀਂ ਨਹੀਂ ਪੜ੍ਹ ਸਕਦੇ, ਪਰ ਜਿਹੜੇ ਉੱਪਰ ਹੈਗੇ ਨੇ ਉਹ ਅਸੀਂ ਆਪਣੇ ਦਰਸ਼ਕਾਂ ਦੇ ਕਮੈਂਟ ਜ਼ਰੂਰ ਪੜਾਂਗੇ। ਸਰਬਜੀਤ ਕੌਰ ਲਿਖਦੇ ਨੇ ਕਿ ਜੇ ਸਿੱਖਾਂ ਕੋਲੋਂ ਮਾਫੀ ਮੰਗ ਲਵੇ ਕੋਈ ਤਾਂ ਸਿੱਖ ਹਮੇਸ਼ਾ ਮਾਫ ਕਰਦੇ ਆਏ ਨੇ। ਤੇ ਇੱਕ ਸੁਖਵਿੰਦਰ ਸਿੰਘ ਧੰਜਲ ਲਿਖ ਰਹੇ ਨੇ ਕਿ ਪੰਥ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਚਰਨ ਸਿੰਘ ਲਿਖਦੇ ਨੇ, ਕਹਿੰਦੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ, ਪਰ ਜਦੋਂ ਕੁੱਤੇ ਦੀ ਪਿੱਠ ਤੇ ਸੋਟੀ ਵੱਜੇ ਤਾਂ ਪਲ ਭਰ ਲਈ ਪੂਛ ਸਿੱਧੀ ਹੋ ਕੇ ਫੇਰ ਵਿੰਗੀ ਹੋ ਜਾਂਦੀ ਹੈ। ਤੇਲ ਦੇਖੋ, ਤੇਲ ਦੀ ਧਾਰ ਦੇਖੋ। ਤੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈਗਾ, ਕਿਉਂਕਿ ਕੰਗਣਾ ਰਣੌਤ ਉਸੇ ਪਲ ਹੀ ਪਲਟ ਗਈ ਸੀਗੀ। ਜਦੋਂ ਕਿਸਾਨਾਂ ਦੇ ਘੇਰੇ ਵਿੱਚੋਂ ਨਿਕਲ ਗਈ ਫਿਰ ਕਹਿੰਦੀ ਮੈਂ ਤਾਂ ਕਿਸ ਤੋਂ ਮਾਫੀ ਮੰਗੀ ਨਹੀਂ ਹੈ। ਅਮਰਜੀਤ ਸਿੱਧੂ ਲਿਖਦੇ ਨੇ ਕਿ ਉਹ ਅਦਾਕਾਰ ਹੈ, ਅਦਾਕਾਰੀ ਕਰਕੇ ਆਪਣਾ ਖਹਿੜਾ ਛੁਡਾ ਕੇ ਚਲੀ ਗਈ ਹੈ, ਪਰ ਸਿਆਣੇ ਕਹਿੰਦੇ ਨੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ। ਸਮਾਂ ਹੀ ਦੱਸੂਗਾ ਕੰਗਣਾ ਸਿੱਧੀ ਹੁੰਦੀ ਹੈ ਜਾਂ ਫਿਰ ਨਹੀਂ। ਮਾਫੀ ਮੰਗਣ ਤੋਂ ਬਾਅਦ ਫਿਰ ਕਿਸਾਨਾਂ ਨੂੰ ਮੌਬ ਲਿੰਚਿੰਗ ਦੀ ਗੱਲ ਕਰਦੀ ਹੈ। ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇਹ ਕਿਹਾ ਵਿਜੇ ਸਿੰਘ ਨੇ। ਯਾਨੀ ਕਿ ਜ਼ਿਆਦਾਤਰ ਦਰਸ਼ਕਾਂ ਨੂੰ ਇਹੀ ਲੱਗਦਾ ਹੈ ਕਿ ਕੰਗਣਾ ਸੁਧਰਨ ਵਾਲੀ ਨਹੀਂ ਹੈ। ਤੇ ਸੁਭਾਸ਼ ਚੌਧਰੀ ਲਿਖਦੇ ਨੇ ਕਿ ਮਾਫ ਕਰਕੇ ਕਿਸਾਨਾਂ ਦੀ ਹੀ ਜਿੱਤ ਹੋਈ ਹੈ। ਸੋ ਵਧੀਆ ਜਿਹੜਾ ਕਮੈਂਟ ਉਹਨਾਂ ਨੇ ਕੀਤਾ ਹੈਗਾ। ਮਨਜੀਤ ਸਿੰਘ ਸਾਡੇ ਦਰਸ਼ਕ ਲਿਖਦੇ ਨੇ ਕਿ ਕੰਗਣਾ ਨੂੰ ਬੇਲੋੜੀ ਅਹਿਮੀਅਤ ਨਾ ਦਿਓ, ਉਸ ਨੂੰ ਬਸ ਕੇਸ ਭੁਗਤਣ ਦਿਓ। ਰਮਨਦੀਪ ਸਿੰਘ ਕਹਿੰਦੇ ਨੇ ਕਿ ਹਾਲੇ ਤਾਂ ਇੱਕ ਜਗ੍ਹਾ ਹੀ ਮਾਫੀ ਮੰਗੀ ਹੈ, ਹਜੇ ਤਾਂ ਇਹਦਾ ਹੋਰ ਜਲੂਸ ਨਿਕਲਣਾ ਹੈ। ਤਨੂੰ ਸੰਧੂ ਲਿਖਦੇ ਨੇ ਕਿ ਕੰਗਣਾ ਦਾ ਬਾਈਕਾਟ ਜਾਰੀ ਰੱਖਣਾ ਚਾਹੀਦਾ ਹੈ, ਇਹਦੇ ਅੰਦਰ ਜ਼ਹਿਰ ਹਾਲੇ ਵੀ ਭਰਿਆ ਹੋਇਆ। ਸੋ ਇਸ ਤਰ੍ਹਾਂ ਦੇ ਕਮੈਂਟ ਨੇ ਜਿਹੜੇ ਸਾਡੇ ਦਰਸ਼ਕਾਂ ਦੇ ਆਏ ਨੇ। ਸਾਰੇ ਕਮੈਂਟ ਅਸੀਂ ਨਹੀਂ ਪੜ੍ਹ ਸਕਦੇ, ਉਹਦੇ ਲਈ ਮਾਫੀ ਚਾਹਾਂਗੇ। ਖਬਰਾਂ ਵਿਸਥਾਰ ਦੇ ਨਾਲ ਦੱਸਦੇ ਹਾਂ ਤੇ ਗੱਲ ਪਹਿਲਾਂ ਪੰਜਾਬ ਦੀ ਕਰਦੇ ਹਾਂ। ਦ ਖਾਲਸ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕਿਸਾਨਾਂ ਦੇ ਦਿੱਲੀ ਮੋਰਚੇ ਉਸੇ ਤਰ੍ਹਾਂ ਜਾਰੀ ਰਹਿਣਗੇ। ਮੋਰਚੇ ਚੱਲਦੇ ਰਹਿਣਗੇ, ਕੋਈ ਵੀ ਮੋਰਚਿਆਂ ਚੋਂ ਵਾਪਸ ਨਹੀਂ ਆਏਗਾ, ਸਗੋਂ ਗਿਣਤੀ ਹੋਰ ਵੱਧ ਸਕਦੀ ਹੈ ਦਿੱਲੀ ਮੋਰਚਿਆਂ ਤੇ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਸਿੰਘੂ ਬਾਰਡਰ ਤੇ ਫੈਸਲਾਕੁਨ ਬੈਠਕ ਹੋਣੀ ਸੀ, ਅਹਿਮ ਬੈਠਕ ਹੋਣੀ ਸੀ। ਇਸ ਬੈਠਕ ਦੇ ਵਿੱਚ ਕਈ ਫੈਸਲੇ ਲਏ ਗਏ ਨੇ। ਸਭ ਨੂੰ ਉਡੀਕ ਸੀ ਕਿਸਾਨ ਮੋਰਚਿਆਂ ਦੇ ਉੱਤੇ, ਜਿਹੜੇ ਕਿਸਾਨ ਡਟੇ ਬੈਠੇ ਸੀ। ਹਾਲਾਂਕਿ ਕਿਸੇ ਹੱਦ ਤੱਕ ਉਹਨਾਂ ਦਾ ਇਹੀ ਮੰਨਣਾ ਹੈ ਕਿ ਸਾਰੀਆਂ ਮੰਗਾਂ ਮੰਨਣ ਤੱਕ ਅਸੀਂ ਇੱਥੋਂ ਵਾਪਸ ਨਹੀਂ ਜਾਵਾਂਗੇ, ਕਿਉਂਕਿ ਰੋਜ਼-ਰੋਜ਼ ਇਹੋ ਜਿਹਾ ਸੰਘਰਸ਼ ਵਿੱਢਣਾ ਜਿਹੜਾ ਉਹ ਔਖਾ ਹੋ ਜਾਂਦਾ ਹੈ। ਮੋਰਚੇ ਦੇ ਵਿੱਚ ਸ਼ਾਮਿਲ ਕਿਸਾਨ ਨੇ ਜਿਹੜੇ ਇੱਕ ਸਾਲ ਤੋਂ ਉੱਥੇ ਬੈਠੇ ਕਿਸਾਨ ਨੇ, ਉਹ ਇਹ ਵੀ ਕਹਿੰਦੇ ਨੇ, ਉਹ ਇਸ ਗੱਲ ਤੋਂ ਡਰਦੇ ਵੀ ਸੀਗੇ। ਉਹਨਾਂ ਨੂੰ ਖਦਸ਼ਾ ਸੀ ਕਿ ਜੇ ਇੱਥੋਂ ਵਾਪਸ ਜਾਣ ਦਾ ਐਲਾਨ ਕਰ ਦਿੱਤਾ ਮੋਰਚੇ ਨੇ ਤਾਂ ਪੂਰੀ ਜ਼ਿੰਦਗੀ ਇਹ ਲੀਡਰ ਪਛਤਾਉਣਗੇ, ਕਿਉਂਕਿ ਹਾਲੇ ਮੰਗਾਂ ਪੂਰੀਆਂ ਨਹੀਂ ਹੋਈਆਂ। ਖੈਰ, ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਤੇ ਬੈਠਕ ਹੋਈ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ। ਉਸ ਦੇ ਵਿੱਚ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਮੋਦੀ ਸਰਕਾਰ ਨੂੰ 3 ਦਿਨਾਂ ਦੀ ਹੋਰ ਮੌਲਤ ਦਿੰਨੇ ਆ। 3 ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਨੇ, ਬਾਕੀ ਰਹਿੰਦੀਆਂ ਸਾਡੀਆਂ ਮੰਗਾਂ ਜੇ 3 ਦਿਨਾਂ ਤੱਕ ਨਾ ਮੰਨੀਆਂ ਤਾਂ ਅਸੀਂ ਅੱਗੇ ਦੀ ਰਣਨੀਤੀ ਉਲੀਕਾਂਗੇ ਤੇ 7 ਦਸੰਬਰ ਨੂੰ ਮੁੜ ਤੋਂ ਮੋਰਚੇ ਦੀ ਬੈਠਕ ਹੋਵੇਗੀ। ਸਾਫ਼ ਤੇ ਸਪਸ਼ਟ ਐਲਾਨ ਕਰ ਦਿੱਤਾ ਗਿਆ ਹੈ ਕਿ ਸੰਘਰਸ਼ ਜਾਰੀ ਰਹੇਗਾ। ਇੰਜ ਲੱਗਦਾ ਹੈ ਜਿਵੇਂ ਰਾਕੇਸ਼ ਟਿਕੈਤ, ਜਗਜੀਤ ਸਿੰਘ ਡੱਲੇਵਾਲ ਤੇ ਗੁਰਨਾਮ ਸਿੰਘ ਚੜੂਨੀ ਵਰਗੇ ਲੀਡਰਾਂ ਨੇ ਵਾਪਸ ਘਰਾਂ ਨੂੰ ਮੁੜਨ ਵਾਸਤੇ ਕਾਲੇ ਲੀਡਰਾਂ ਨੂੰ ਸ਼ਾਇਦ ਟਿਕਾ ਹੀ ਲਿਆ। ਸਾਫ਼ ਕਹਿ ਦਿੱਤਾ ਇਹਨਾਂ ਨੇ ਕਿ ਸਾਰੀਆਂ ਮੰਗਾਂ ਦਾ ਲਿਖਤੀ ਭਰੋਸਾ ਦੇਣ ਤੱਕ ਕਿਸਾਨ ਘਰਾਂ ਨੂੰ नहीं परतणगे। जो कानून 3 कानून रिपील होने के बाद जो मांगे हमारी पेंडिंग हैं, जो एक दुक्कड़ बात आ रही है कि ये मान ली केस वापस हो गए, कंपनसेशन दे देंगे, कैसा कर देंगे, वैसा कर देंगे, बातें चल रही। हमारी मीटिंग के अंदर ये बात की चर्चा हुई है, फैसला करेंगे ये कि जब तक केस वापस नहीं होते तब तक ये मोर्चा यहाँ से नहीं जाएगा।
एक साफ बात। ਮੋਰਚੇ ਦੀ ਇਸ ਬੈਠਕ ਦੇ ਵਿੱਚ 5 ਮੈਂਬਰੀ ਕਮੇਟੀ ਹੈ ਜਿਹੜੀ ਉਸ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਤੇ ਆਧਾਰਿਤ 5 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਵਿਚੋਲਗੀ ਦੀ ਭੂਮਿਕਾ ਨਿਭਾਏਗੀ, ਯਾਨੀ ਕਿ ਗੱਲਬਾਤ ਦੀ ਕੜੀ ਬਣੇਗੀ, ਸਰਕਾਰ ਦੇ ਨਾਲ ਗੱਲਬਾਤ ਕਰੇਗੀ। ਪਿਛਲੇ ਦਿਨੀ ਸਰਕਾਰ ਨੇ 5 ਨਾਮ ਮੰਗੇ ਸੀ, MSP ਤੇ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਤੇ ਹੁਣੇ 5 ਨਾਮ ਨੇ ਜਿਹੜੇ ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ ਤੇ ਅਸ਼ੋਕ ਧਾਂਵਲੇ। ਇਸ ਦਾ ਐਲਾਨ ਰਾਕੇਸ਼ ਟਿਕੈਤ ਨੇ ਕੀਤਾ। ਟਿਕੈਤ ਨੇ ਸਾਰਿਆਂ ਨੂੰ ਮੋਰਚਾ ਜਿਹੜਾ ਹੈਗਾ ਉਹਦੀ ਪਹਿਲੀ ਮੰਗ ਜਿੱਤਣ ਤੇ ਵਧਾਈ ਵੀ ਦਿੱਤੀ ਅਤੇ ਇਸ ਕਮੇਟੀ ਦਾ ਐਲਾਨ ਵੀ ਕੀਤਾ। राज्यपाल जी हैं जो सीनियर हमारे लीडर हैं, पंजाब से हैं, और शिव कुमार काका जी हैं, ये गुरनाम सिंह चढ़ूनी जी हैं, युद्धवीर सिंह जी हैं और अशोक धवले जी हैं। ये 5 लोगों की कमेटी बनाई है। जो भी सरकार से बातचीत करेंगे, किसी भी मसले पे बात होगी तो यही कमेटी ऑथराइज रूप से सरकार से बातचीत करेगी। और अगली जो मीटिंग SKM की यहाँ पे होगी वो 7 तारीख को होगी, यहाँ पे ही होगी। 11-12 बजे के आसपास का उसका टाइम रखा गया है। और 2 दिन में जो भी सरकार इनसे बातचीत करके अपना एजेंडा साफ करना चाहती है, वो पूरे देश भर के मुकदमे हैं, उनका एजेंडा हो, वो चाहे हिमाचल के मुकदमे हो या वो बेंगलोर के मुकदमे हो, क्योंकि मुकदमे एक जगह नहीं है, मुकदमे बहुत जगह है, पूरे प्रदेश भर के मुकदमे हैं। उन सब पे, क्योंकि हरियाणा में बातचीत कल हुई थी और हरियाणा की कमेटी बनी हुई है। अगर भारत सरकार या हरियाणा सरकार बातचीत करना चाहती है तो कमेटियां बनी हुई हैं। ਐਲਾਨ ਕਰਨ ਮੌਕੇ ਜਿਹੜੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਵੱਡੀ ਜਥੇਬੰਦੀ ਹੈ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਪੰਜਾਬ ਦੇ ਜੁੜੇ ਹੋਏ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਸ਼ੁਰੂ ਦੇ ਵਿੱਚ ਹੀ ਸਪਸ਼ਟ ਕਰ ਦਿੱਤਾ ਸੀ ਕਿ ਸਾਡੀਆਂ ਇੰਨੀਆਂ ਮੰਗਾਂ ਪੈਂਡਿੰਗ ਪਈਆਂ ਨੇ, ਆਹ ਮੰਗਾਂ ਪੈਂਡਿੰਗ ਨੇ ਤੇ ਜਦੋਂ ਤੱਕ ਪੂਰੇ ਦੇਸ਼ ਦੇ ਕਿਸਾਨਾਂ ਦੇ ਸਿਰ ਜਿਹੜੇ ਪਾਏ ਹੋਏ ਪਰਚੇ, ਹਜ਼ਾਰਾਂ ਕਿਸਾਨਾਂ ਸਿਰ ਪਾਏ ਪਰਚੇ ਵਾਪਸ ਨਹੀਂ ਲੈਂਦੀਆਂ ਸਰਕਾਰਾਂ, ਉਦੋਂ ਤੱਕ ਮੋਰਚਾ ਜਾਰੀ ਰਹੇਗਾ। ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਅੰਦੋਲਨ ਦੌਰਾਨ ਜਾਨ ਦੇਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਵੇ। ਜਦੋਂ ਤੱਕ ਲਖੀਮਪੁਰ ਖੀਰੀ ਕਤਲकांड ਦੇ ਕਥਿਤ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਮੰਤਰੀ ਮੰਡਲ ਚੋਂ ਲਾਂਭੇ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਮੋਰਚਿਆਂ ਤੇ ਡਟੇ ਰਹਾਂਗੇ। ਜਿਹੜੀਆਂ ਹੋਰ ਮੰਗਾਂ ਮੰਨੇ ਤੋਂ ਬਿਨਾਂ ਕੇਂਦਰ ਸਰਕਾਰ ਹੈਗੀ ਹੈ ਉਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। MSP ਦਾ ਜਿਹੜਾ ਗਰੰਟੀ ਵਾਲਾ ਕਾਨੂੰਨ ਹੈ ਉਹ ਇਹਨਾਂ ਮੰਗਾਂ ਦੇ ਵਿੱਚੋਂ ਸਭ ਤੋਂ ਅਹਿਮ ਹੈ। ਬਿਜਲੀ ਸੋਧ ਬਿੱਲ 2020 ਉਹ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਲੀਡਰਾਂ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ 5 ਸਾਲ ਦੀ ਸਜ਼ਾ ਤੇ 1 ਕਰੋੜ ਦੇ ਜੁਰਮਾਨੇ ਦਾ ਵੀ ਵਿਰੋਧ ਕੀਤਾ। बिजली बिल 2020 का और पराली वाला प्रदूषण का और केसेस की वापसी की और उसका जो 700 शहीद हुए हैं उनकी कंपनसेशन की, जितनी पेंडिंग बातें हैं जैसे लेखमपुर वाली घटना, ये सारी की सारी जितनी सरकार ने मान ली, इनके ऊपर क्या अमलदारी है सरकार की। इसलिए हमारे को ये पक्का इसका शक है कि ऐसा ना हो कि हम 3 कानून रिपील हो गए और बाकी छोटी मोटी बात के ऊपर सहमति होगी और हमारे केस स्टैंड करें। इस बात के लिए हमारी कमेटी ने फैसला किया है कि जब तक ये कानून, ये केस वापस होने की लिखती गारंटी हाथ में नहीं आ जाती, पूरा भरोसा नहीं बनता, तब तक हम यहाँ से नहीं जाएंगे। ਉਗਰਾਹਾਂ ਨੇ ਕੇਂਦਰ ਸਰਕਾਰ ਨੂੰ ਸੁਨੇਹਾ ਭੇਜਿਆ ਕਿ ਹੁਣ ਅਸੀਂ ਤੁਹਾਨੂੰ 5 ਨਾਮ ਦੇ ਦਿੱਤੇ ਨੇ। ਕੇਂਦਰ ਸਰਕਾਰ ਦਾ ਲਾਂਭਾ ਕਹਿੰਦੇ ਅਸੀਂ ਦੂਰ ਕਰ ਦਿੱਤਾ ਹੈ, ਪਰ ਕੇਂਦਰ ਸਰਕਾਰ ਟਾਲਾ ਵੱਟ ਰਹੀ ਸੀ। ਸਾਡੇ ਸਿਰ ਜਿਹੜਾ ਹੈਗਾ ਭਾਂਡਾ ਭੰਨ ਕੇ ਕਿ ਇਹਨਾਂ ਨੇ ਸਾਨੂੰ ਨਾਂ ਨਹੀਂ ਦਿੱਤੇ, ਇਸ ਕਰਕੇ ਟਾਲਾ ਵੱਟਦੀ ਰਹੀ। ਪਰ ਹੁਣ ਤਾਂ ਕੇਂਦਰ ਸਰਕਾਰ ਦੇ ਕੋਲ ਸਾਡੇ ਦਿੱਤੇ ਨਾਮ ਨੇ ਜਿਹੜੇ ਉਹ ਮੀਡੀਆ ਦੇ ਰਾਹੀਂ ਪਹੁੰਚ ਹੀ ਗਏ ਹੋਣਗੇ। ਹਾਲਾਂਕਿ ਸਰਕਾਰ ਕੋਲੇ ਹੁਣ ਕਿਸਾਨਾਂ ਨਾਲ ਮੁੜ ਤੋਂ ਰਾਬਤਾ ਨਾ ਕਾਇਮ ਕਰਨ ਦਾ ਕੋਈ ਵੀ ਬਹਾਨਾ ਨਹੀਂ ਰਹਿ ਗਿਆ ਹੈ। ਕਿਸਾਨਾਂ ਦੇ ਨਾਲ ਸਰਕਾਰ ਨੂੰ ਗੱਲਬਾਤ ਕਰਨੀ ਹੀ ਪਵੇਗੀ। ਕਿਸਾਨ ਲੀਡਰਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਉਸ ਬਿਆਨ ਨੂੰ ਵੀ ਕੋਝਾ ਮਜ਼ਾਕ ਦੱਸਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਬਾਰੇ ਜਾਣਕਾਰੀ ਹੀ ਨਹੀਂ।
ਕਿਸਾਨ ਲੀਡਰਾਂ ਨੇ ਦੱਸਿਆ ਕਿ ਸ਼ਹੀਦੀ ਦੇਣ ਵਾਲੇ ਕਿਸਾਨਾਂ ਦੇ ਪੋਸਟਮਾਰਟਮ ਦੀਆਂ ਰਿਪੋਰਟਾਂ ਸਰਕਾਰੀ ਰਿਕਾਰਡਾਂ ਦੇ ਵਿੱਚ ਮੌਜੂਦ ਨੇ, ਪਰ ਬਾਵਜੂਦ ਇਸ ਦੇ ਸਰਕਾਰ ਇੰਨਾ ਵੱਡਾ ਝੂਠ ਬੋਲ ਰਹੀ ਹੈ ਔਰ ਸਦਨ ਦੇ ਵਿੱਚ ਝੂਠ ਬੋਲ ਰਹੀ ਹੈ, ਜਿਹਦੇ ਵਿੱਚ ਖੜ ਕੇ ਇਹ ਸੌਹਾਂ ਚੁੱਕਦੇ ਹੁੰਦੇ ਨੇ, ਉੱਥੇ ਖੜ ਕੇ ਝੂਠ ਬੋਲਦੇ ਨੇ। ਸੋ ਤਾਜ਼ਾ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ ਕਿਸਾਨ ਲੀਡਰ ਪਹੁੰਚੇ ਹੋਏ ਸੀ, ਉੱਥੇ ਹੀ ਸ਼ਿਵ ਕੁਮਾਰ ਕੱਕਾ, ਯੁੱਧਵੀਰ ਸਿੰਘ ਤੇ ਅਸ਼ੋਕ ਧਾਂਵਲੇ ਨੇ ਵੀ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਤੇ ਕਿਸਾਨ ਲੀਡਰਾਂ ਦਾ ਹਾਲਾਂਕਿ ਇਹ ਕਹਿਣਾ ਸੀ ਕਿ ਪਹਿਲੀ ਵੱਡੀ ਜਿੱਤ ਤੋਂ ਬਾਅਦ ਰਹਿੰਦੀਆਂ ਮੰਗਾਂ ਪੂਰੀਆਂ ਹੋਣ ਦੇ ਨਾਲ ਹੀ ਅਸੀਂ ਸੰਘਰਸ਼ ਸਮੇਟਣ ਬਾਰੇ ਸੋਚਾਂਗੇ। ਹਾਲੇ ਸੰਘਰਸ਼ ਖਤਮ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਵਾਰੀ-ਵਾਰੀ ਸਾਰੇ ਕਿਸਾਨ ਲੀਡਰਾਂ ਨੇ ਮੰਗ ਦੁਹਰਾਈ ਹੈ ਕਿ ਰਹਿੰਦੀਆਂ ਮੰਗਾਂ ਮੰਨਣ ਤੱਕ ਕਿਸਾਨ ਕਿਸੇ ਵੀ ਹਾਲਤ ਵਿੱਚ ਘਰਾਂ ਨੂੰ ਨਹੀਂ ਪਰਤਣਗੇ। ਹਾਲਾਂਕਿ ਪਹਿਲਾਂ ਇੱਕ ਖਦਸ਼ਾ ਜਿਹੜਾ ਉਹ ਜਤਾਇਆ ਜਾ ਰਿਹਾ ਸੀ ਕਿ ਪੰਜਾਬ ਤੇ ਹਰਿਆਣਾ ਦੋ ਸੂਬੇ ਨੇ ਜਿੱਥੇ MSP ਦੇ ਉੱਤੇ ਫਸਲਾਂ ਖਰੀਦੀਆਂ ਜਾਂਦੀਆਂ ਨੇ, ਪਰ ਸਾਰੀਆਂ ਫਸਲਾਂ ਨਹੀਂ, ਇੱਕਾ ਦੁੱਕਾ ਫਸਲਾਂ ਜਿਹੜੀਆਂ ਉਹ MSP ਤੇ ਖਰੀਦੀਆਂ ਜਾਂਦੀਆਂ ਨੇ। ਸੋ ਇਹ ਕਹਿ ਰਹੇ ਸੀ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਤਾਂ ਮਸਲਾ ਇਹੀ ਸੀ ਕਿ ਖੇਤੀ ਕਾਨੂੰਨ ਰੱਦ ਹੋ ਜਾਣ, ਬਾਕੀ ਤਾਂ ਜਿਹੜੀਆਂ MSP ਵਰਗੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਉਹ ਇਹਨਾਂ ਨੂੰ ਹੈਗੀਆਂ ਨੇ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਹੋ ਸਕਦਾ ਵਾਪਸ ਚਲੇ ਜਾਣ। ਪਰ ਪੰਜਾਬ ਹਮੇਸ਼ਾ ਹੀ ਕਹਿੰਦਾ ਰਿਹਾ ਕਿ ਜੇ ਸਾਨੂੰ ਜਿਹੜਾ ਹੈਗਾ ਸੰਘਰਸ਼ ਦੇ ਜਨਮਦਾਤਾ ਮੰਨਿਆ ਗਿਆ ਹੈ ਤਾਂ ਅਸੀਂ ਸਾਰੇ ਭਾਰਤ ਦੇ ਕਿਸਾਨਾਂ ਲਈ ਲੜਾਂਗੇ। ਮੰਨਿਆ ਕਿ ਸਾਡੇ ਕੋਲ MSP ਹੈ, ਪਰ ਬਾਕੀ ਮੁਲਕ ਦੇ ਬਾਕੀ ਸੂਬਿਆਂ ਦਾ ਬੁਰਾ ਹਾਲ ਹੈ, ਅਸੀਂ ਉਹਨਾਂ ਸਭ ਦੇ ਲਈ ਖੜਾਂਗੇ, ਉਹ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਨੇ। ਸੋ ਕਿਸਾਨਾਂ ਨੇ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੀਟਿੰਗ ਸੱਦ ਕੇ ਲੰਬਾ ਸਮਾਂ ਤੱਕ ਆਪਸ ਦੇ ਵਿੱਚ ਵਿਚਾਰ ਚਰਚਾ ਵੀ ਕੀਤੀ। ਸੋ ਇਹ ਸਾਫ਼ ਹੋ ਗਿਆ ਕਿ ਦਿੱਲੀ ਮੋਰਚੇ ਹਾਲੇ ਖਾਲੀ ਨਹੀਂ ਹੋਣਗੇ ਤੇ ਇਸ ਖਬਰ ਦੇ ਉੱਤੇ ਮੋਹਰ ਹੈ ਜਿਹੜੀ ਉਹ ਮਾਝੇ ਵਾਲਿਆਂ ਦੀ ਸਟੇਜ ਨੇ ਵੀ ਲਾ ਦਿੱਤੀ ਹੈ। ਮਾਝੇ ਵਾਲਿਆਂ ਦਾ ਜਿੱਥੇ ਮੋਰਚਾ ਲੱਗਿਆ ਹੋਇਆ ਸਿੰਘੂ ਬਾਰਡਰ ਤੇ ਵੱਖਰੇ ਤੌਰ ਤੇ ਲੱਗਿਆ ਹੋਇਆ, ਜਿੱਥੇ ਬੈਰੀਕੇਡਿੰਗ ਕੀਤੀ ਉਸ ਤੋਂ ਮੂਹਰੇ ਜਾ ਕੇ ਇਹਨਾਂ ਦਾ ਜਿਹੜਾ ਹੈਗਾ ਉਹ ਮੋਰਚਾ ਲੱਗਿਆ ਹੋਇਆ ਤੇ ਦਿੱਲੀ ਦੇ ਕੁੰਡਲੀ ਬਾਰਡਰ ਦੇ ਵਿੱਚ ਇਸ ਜਥੇਬੰਦੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਵੀ ਪਹੁੰਚੇ ਹੋਏ ਸੀ। ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਦਿੱਲੀ ਮੋਰਚਾ ਰਹਿੰਦੀਆਂ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ ਤੇ ਦਿੱਲੀ ਮੋਰਚੇ ਦੇ ਦੁਆਲੇ ਸਖਤ ਪਾਬੰਦੀਆਂ ਲਾ ਕੇ ਸਾਡੇ ਸੰਘਰਸ਼ ਨੂੰ ਦਬਾਉਣ ਦਾ ਬੇਲੋੜਾ ਯਤਨ ਹੈ ਜਿਹੜਾ ਉਹ ਸਰਕਾਰ ਕਰ ਰਹੀ ਹੈ ਤੇ ਜਥੇਬੰਦੀਆਂ ਦੇ ਵਿੱਚ ਫੁੱਟ ਪਾ ਕੇ ਮੋਰਚੇ ਦੁਆਲੇ ਪਾਬੰਦੀਆਂ ਲਾ ਕੇ ਸਾਨੂੰ ਸਰਕਾਰ ਡਰਾਉਣਾ ਚਾਹੁੰਦੀ ਹੈ। ਫੁੱਟ ਪਾਓ ਰਾਜ ਕਰੋ ਦੀ ਨੀਤੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਸੋ ਵੱਡੀ ਖਬਰ ਇਹੀ ਹੈ ਕਿ ਕਿਸਾਨ ਮੋਰਚੇ ਖਾਲੀ ਨਹੀਂ ਹੋ ਰਹੇ, ਕਿਸਾਨ ਡਟੇ ਰਹਿਣਗੇ ਬਾਕੀ ਮੰਗਾਂ ਮੰਨੇ ਜਾਣ ਤੱਕ। ਤੇ ਹੁਣ ਤੁਹਾਨੂੰ ਸਿੰਘੂ ਬਾਰਡਰ ਦਾ ਮਾਹੌਲ ਦਿਖਾਉਂਦੇ ਹਾਂ। ਕਿਸਾਨ ਮਜ਼ਦੂਰ ਏਕਤਾ ਹਸਪਤਾਲ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ ਬੈਨੀਪਾਲ ਨੇ ਇਹ ਜਿਹੜੀਆਂ ਤਸਵੀਰਾਂ ਨੇ ਸਾਨੂੰ ਭੇਜੀਆਂ ਨੇ। ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਤਾਂ ਆਇਆ ਹੀ ਆਇਆ ਹੈ ਕਿ ਮੋਰਚੇ ਅਸੀਂ ਖਾਲੀ ਨਹੀਂ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਕਿਸਾਨ ਨੇ ਜਿਹੜੇ ਉਹ ਆਪਣੀ ਦ੍ਰਿੜਤਾ ਕਰੀ ਬੈਠੇ ਨੇ ਆਲਰੇਡੀ ਕਿ ਅਸੀਂ ਉਹਨਾਂ ਚਿਰ ਤੱਕ ਨਹੀਂ ਜਾਣਾ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਇੱਕ ਉਸ ਬੀਬੀ ਦੇ ਨਾਲ ਗੱਲ ਜਿਹੜੀ ਹੈ ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਗੱਲਬਾਤ, ਜਿਹੜੀ ਬੀਬੀ ਪਿਛਲੇ ਸਾਲ ਤੋਂ ਲਗਾਤਾਰ ਸਿੰਘੂ ਬਾਰਡਰ ਤੇ ਮੌਜੂਦ ਹੈ। ਉਹ ਕਹਿੰਦੀ ਕਿ ਮੈਨੂੰ ਹੁਣ ਘਰ ਵੀ ਆਪਦਾ ਘਰ ਨਹੀਂ ਲੱਗਦਾ ਹੈਗਾ ਜਿੰਨਾ ਇਹ ਆਪਣਾ ਲੱਗਦਾ ਹੈ। ਕੰਗਣਾ ਰਣੌਤ ਬਾਰੇ ਵੀ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ ਹੈ ਬੀਬੀ ਨੇ। ਕੰਗਣਾ ਰਣੌਤ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈਗੀ ਹੈ ਤੇ ਨਾਲ ਹੀ ਇਹ ਸਟੈਂਡ ਵੀ ਸਪਸ਼ਟ ਕੀਤਾ ਹੈ ਮੋਰਚੇ ਦੇ ਵਿੱਚ ਡਟੀਆਂ ਸੰਘਰਸ਼ੀ ਬੀਬੀਆਂ ਨੇ ਕਿ ਅਸੀਂ ਉਹਨਾਂ ਚਿਰ ਤੱਕ ਨਹੀਂ ਜਾਵਾਂਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਾਰੀਆਂ ਮੰਗਾਂ। ਗਾਂ ਮਿੱਤੀਆਂ ਭੈਣਾਂ ਨੂੰ ਇਹੋ ਹੀ ਸਿੱਖ ਮੱਤਿਆਰਾ ਕਿ ਥੋੜਾ ਜਿਹਾ ਹੋਸ਼ ਨਾਲ ਬੋਲਣ, ਕਿਉਂਕਿ ਤੁਹਾਡੀਆਂ ਮਾਵਾਂ ਸੀ ਤੁਹਾਂ ਕਿਹਾ ਕਿ 100 ਰੁਪਏ ਤੇ ਦਿਹਾੜੀ ਤੇ ਆਈਆਂ ਵਾ। ਤੁਹਾਡੇ ਭਰਾ ਸੰਘਰਸ਼ ਲੜਨ ਡਏ ਸੀਗੇ, ਜੇ ਤੁਹਾਂ ਚੰਗਾ ਨਹੀਂ ਕਹਿਣਾ ਤੇ ਮੰਦਾ ਵੀ ਨਾ ਬੋਲੋ। ਤੇ ਤੁਹਾਡੇ ਭਰਾ ਸੀ, ਤੁਹਾਡੇ ਬਾਪ ਸੀ, ਸਾਰੇ ਵੱਖਰੇ ਵੱਖਰੀ ਭਾਸ਼ਾ 'ਚ ਤੁਹਾਂ ਆਖਿਆ ਕੋਈ ਵੱਖ ਵੱਧ ਗਏ ਆ, ਕੋਈ ਅੱਤ ਵੱਧ ਗਏ, ਕੋਈ ਕਿਸ ਤਰ੍ਹਾਂ ਵਾ। ਜੇ ਫਿਰ ਬਾਅਦ 'ਚ ਮੋਦੀ ਮੰਨ ਵੀ ਗਿਆ ਸਾਡੇ ਮਤਲਬ ਸੰਘਰਸ਼ ਨੂੰ, ਮੰਨ ਗਿਆ ਸੰਘਰਸ਼ ਨੂੰ ਕਿ ਮੈਂ ਤੁਹਾਡੀਆਂ ਮੰਗਾਂ, ਤੇ ਫਿਰ ਵੀ ਇਹਦੇ ਢਿੱਡ 'ਚ ਬੜੀ ਪੀੜ ਹੋਈ ਵੀ ਕਿਉਂ ਫੈਸਲਾ ਹੋ ਗਿਆ, ਕਿਉਂ ਮਤਲਬ ਕਿਸਾਨਾਂ ਦੇ ਹੱਕ 'ਚ ਇਹਨੇ ਫੈਸਲਾ ਲਿਆ। ਇਸ ਕਰਕੇ ਮੈਂ ਤੇ ਸਾਰੀਆਂ ਧੀਆਂ ਭੈਣਾਂ ਨੂੰ ਕਹੂੰਗੀ ਕਿ ਬੋਲਣ ਤੋਂ ਪਹਿਲਾਂ 20 ਵਾਰ ਸੋਚ ਲਓ, ਜਿਹੜੀ ਕਿ ਬਾਅਦ 'ਚ ਤੁਹਾਨੂੰ ਮਾਫੀ ਨਾ ਮੰਗਣੀ ਪਵੇ। ਇਹ ਜਿਹੜਾ ਮਨਜਿੰਦਰ ਸਿਰਸਾ ਨੇ ਕੀਤਾ ਆਪਣੇ ਮੋਰਚੇ ਨਾਲ, ਉਹ ਤਾਂ ਬਹੁਤ ਮਾੜਾ ਕੀਤਾ, ਬੜਾ ਘਟੀਆ ਇਨਸਾਨ ਨਿਕਲਿਆ, ਬਹੁਤ ਘਟੀਆ ਇਨਸਾਨ ਨਿਕਲਿਆ ਵਾ। ਚੰਗੀ ਭਲੀ ਬੱਲੇ ਬੱਲੇ ਕਰਵਾਈ ਸੀ, ਸਾਨੂੰ ਨਹੀਂ ਪਤਾ ਵੀ ਅੰਦਰਲੇ ਖਾਤੋਂ ਇਹ ਮੋਦੀ ਨਾਲ ਰਲਿਆ ਸੀਗਾ। ਇਹਦੇ ਆਪਣੇ ਹੀ ਬੰਦਿਆਂ ਤੇ ਕੇਸ ਪਵਾ ਕੇ ਤੇ ਆਪਣੇ ਹੀ ਬੰਦੇ ਇਹਨੇ ਛਡਾਏ ਨੇ, ਸਾਡੇ ਤਾਂ ਸਾਰਿਆਂ ਦੇ ਕੇਸ ਉਸੇ ਦੇ ਉਸੇ ਹੀ ਆ।
ਤੇ ਇਸ ਕਰਕੇ ਇਹਨੇ ਬਹੁਤ ਵੱਡੀ ਗਲਤੀ ਕੀਤੀ ਆ। ਹੋ ਸਕਦਾ ਇਹਨੇ ਘਟਾਲੇ ਛਟਾਲੇ ਕੀਤੇ ਹੋਣ ਤੇ ਉਹਨਾਂ ਦੀ ਵਜ੍ਹਾ ਨਾਲ ਇਹ ਵੀ ਉੱਧਰ ਗਿਆ ਤੇ ਆਪਣਾ ਬਚਾਅ ਕਰ ਲਿਆ। ਸ਼ੁੱਕਰਵਾਰ ਨੂੰ ਕਿਸਾਨ ਲੀਡਰ ਜਿਹੜੇ ਹਰਿਆਣੇ ਦੇ ਉਹਨਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਬੈਠਕ ਹੋਈ ਸੀ, ਪਰ ਇਹ ਬੈਠਕ ਬੇਸਿੱਟਾ ਰਹੀ ਹੈ। ਦੇਰ ਰਾਤ ਤੱਕ ਇਹ ਬੈਠਕ ਚੱਲਦੀ ਰਹੀ, 3 ਘੰਟੇ ਦੇ ਕਰੀਬ ਬੈਠਕ ਚੱਲੀ ਹੈ, ਪਰ ਇਸ ਬੈਠਕ ਦੇ ਵਿੱਚ ਕੋਈ ਵੀ ਹੱਲ ਹੈ ਜਿਹੜਾ ਉਹ ਨਹੀਂ ਨਿਕਲਿਆ। ਕਿਸਾਨ ਅੰਦੋਲਨ ਦਰਮਿਆਨ ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਨੇ, ਖਾਸ ਤੌਰ ਤੇ ਉਸ ਮੰਗ ਨੂੰ ਲੈ ਕੇ ਮੀਟਿੰਗ ਹੋਈ ਸੀ, ਪਰ ਨਾਲ 2-3 ਹੋਰ ਮੰਗਾਂ ਵੀ ਸਨ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਨੇ ਇਸ ਬੈਠਕ ਦੇ ਵਿੱਚ ਹਿੱਸਾ ਲਿਆ, ਉਹਨਾਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਤੇ ਸਰਕਾਰ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਹੈਗਾ, ਨਾ ਹੀ ਹਰਿਆਣਾ ਸਰਕਾਰ ਨੇ ਮੁੜ ਤੋਂ ਕੋਈ ਬੈਠਕ ਸੱਦੀ ਹੈ। ਮੀਟਿੰਗ ਵਿੱਚ ਸਰਕਾਰ ਦਾ ਰੁਖ ਨਾ ਤਾਂ ਬਹੁਤਾ ਨਰਮ ਰਿਹਾ, ਨਾ ਹੀ ਬਹੁਤਾ ਸਖਤ ਰਿਹਾ। ਇਸ ਮੀਟਿੰਗ ਦੇ ਵਿੱਚ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਬੈਂਸ, ਅਭਿਮਨਿਊ ਕੋਹਾੜ ਸਮੇਤ ਹੋਰ ਕਿਸਾਨ ਲੀਡਰਾਂ ਨੇ ਹਿੱਸਾ ਲਿਆ ਤੇ ਸੂਬੇ ਦੇ ਮੁੱਖ ਸਕੱਤਰ ਸਮੇਤ ਸਾਰੇ ਵੱਡੇ ਅਧਿਕਾਰੀ ਵੀ ਸ਼ਾਮਿਲ ਹੋਏ, ਪਰ ਨਹੀਂ ਕੋਈ ਹੱਲ ਨਿਕਲਿਆ। ਹਾਲਾਂਕਿ 1-2 ਦਿਨ ਪਹਿਲਾਂ ਤੋਂ ਲਗਾਤਾਰ ਜਿਹੜੇ ਹੈਗੇ ਨੇ ਮਨੋਹਰ ਲਾਲ ਖੱਟਰ ਉਹ ਇਹੀ ਕਹਿ ਰਹੇ ਸੀ ਕਿ ਕਿਸਾਨਾਂ ਦੇ ਨਾਲ ਅਸੀਂ ਛੇਤੀ ਗੱਲਬਾਤ ਕਰਾਂਗੇ, ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਕਰ ਰਹੀ ਹੈ, ਦੂਸਰੇ ਪਾਸੇ ਕਿਸਾਨਾਂ ਖਿਲਾਫ ਜਿਹੜੇ ਪਰਚੇ ਨੇ ਉਹ ਦਰਜ ਹੋਏ ਪਏ ਨੇ। ਦੇਸ਼ ਧਰੋਹ, ਰੇਲ ਰੋਕੋ, ਸੜਕ ਜਾਮ ਆਦਿ ਦੇ ਸੰਬੰਧ ਵਿੱਚ ਕਰੀਬ 2 ਦਰਜਨ ਕੇਸ ਨੇ ਇਕੱਲੇ ਸਿਰਸਾ ਦੇ ਵਿੱਚ ਹੀ ਦਰਜ ਕੀਤੇ ਹੋਏ ਨੇ। ਹਰਿਆਣਾ ਦੇ ਸਿਰਸਾ ਵਿੱਚ ਇੱਕ ਪਾਸੇ ਕਿਸਾਨ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਮਨੋਹਰ ਲਾਲ ਖੱਟਰ ਜੀ ਸਾਡੇ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ, ਉੱਥੇ ਹੀ ਰੇਲ ਰੋਕਣ ਦੇ ਮਾਮਲੇ ਵਿੱਚ ਸਾਨੂੰ ਨੋਟਿਸ ਭੇਜੇ ਜਾ ਰਹੇ ਨੇ। ਕਿਸਾਨ ਸਭਾ ਦੇ ਸਿਰਸਾ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੁਚਾਨ ਨੇ ਦੱਸਿਆ ਕਿ ਰੇਲ ਰੋਕਣ ਦੇ 2 ਮੁਕੱਦਮਿਆਂ ਦੇ ਵਿੱਚ ਰੇਲਵੇ ਪੁਲਿਸ ਨੇ ਨੋਟਿਸ ਭੇਜੇ ਨੇ ਕਿਸਾਨਾਂ ਨੂੰ। ਹਰਿਆਣਾ ਦੇ ਵਿੱਚ 200 ਤੋਂ ਵੱਧ ਮਾਮਲਿਆਂ ਦੇ ਵਿੱਚ 48,000 ਕਿਸਾਨਾਂ ਤੇ FIRs ਦਰਜ ਕੀਤੀਆਂ ਗਈਆਂ ਨੇ। ਸਰਕਾਰ ਇਹਨਾਂ ਕੇਸਾਂ ਨੂੰ ਤੁਰੰਤ ਰੱਦ ਕਰੇ ਤੇ ਮੁਆਵਜ਼ਾ ਵੀ ਦੇਵੇ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਹ ਮੰਗ ਲਗਾਤਾਰ ਦੁਹਰਾਈ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ, ਜਿਹੜੇ ਕਿ ਦੁਨੀਆ ਦੇ ਵਿੱਚ ਛਾ ਗਏ ਨੇ। 21ਵੀਂ ਸੈਂਚੁਰੀ ਆਈਕਨ ਪੁਰਸਕਾਰ ਦੇ ਲਈ ਉਹਨਾਂ ਦੀ ਚੋਣ ਹੋਈ ਹੈ। ਕਿਸਾਨੀ ਅੰਦੋਲਨ ਦਾ ਵੱਡਾ ਚਿਹਰਾ ਨੇ ਰਾਕੇਸ਼ ਟਿਕੈਤ। ਇੱਕ ਵਾਰੀ ਅਜਿਹਾ ਦੌਰ ਆਇਆ ਸੀ ਸੰਘਰਸ਼ ਦੇ ਵਿੱਚ ਜਦੋਂ ਮੋਰਚਾ ਜਿਹੜਾ ਉਹ ਲੱਗਦਾ ਸੀ ਸਾਰਿਆਂ ਨੂੰ ਕਿ ਟੁੱਟ ਜੂਗਾ, ਪਰ ਜਿਵੇਂ ਸਾਰੇ ਲੋਕ ਕਹਿੰਦੇ ਨੇ ਕਿ ਇਸ ਮੋਰਚੇ ਨੂੰ ਨਾ ਤਾਂ ਕਿਸਾਨ ਲੀਡਰ ਚਲਾ ਰਹੇ ਨੇ, ਨਾ ਸਰਕਾਰ ਇਸ ਨੂੰ ਰੋਕ ਪਾ ਰਹੀ ਹੈ, ਨਾ ਕੋਈ ਹੋਰ ਚਲਾ ਰਿਹਾ ਹੈ। ਇਸ ਨੂੰ ਰੱਬ ਚਲਾ ਰਿਹਾ ਹੈ, ਇਸ ਨੂੰ ਅਕਾਲ ਪੁਰਖ ਦਾ ਵਿਧੀ ਵਿਧਾਨ ਹੈ ਜਿਹੜਾ ਉਹ ਚਲਾ ਰਿਹਾ ਹੈ। ਤੇ ਉਦੋਂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਕਰਾਮਾਤ ਦਿਖਾਈ ਸੀ ਜਦੋਂ ਮੋਰਚਾ ਮੁੜ ਤੋਂ ਭਖਣ ਲੱਗ ਗਿਆ ਸੀ। ਖੈਰ, ਰਾਕੇਸ਼ ਟਿਕੈਤ ਦੇ ਨਾਰਿਆਂ ਦੀ ਗੂੰਜ ਹੈ ਜਿਹੜੀ ਉਹ ਲੰਡਨ ਵਿੱਚ ਸੁਣਾਈ ਦੇਣ ਲੱਗੀ ਹੈ। ਟਿਕੈਤ ਦੇ ਨਾਂ ਦੀ 21ਵੀਂ ਸੈਂਚੁਰੀ ਆਈਕਨ ਪੁਰਸਕਾਰ ਦੇ ਲਈ ਚੋਣ ਹੋਈ ਹੈ। ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਲੰਡਨ ਦੀ ਇੱਕ ਸੰਸਥਾ ਨੇ ਅੰਦੋਲਨ ਚਲਾਉਣ ਤੇ ਇਸ ਵਿੱਚ ਨਵੀਂ ਰੂਹ ਫੂਕਣ ਕਰਕੇ ਇਸ ਪੁਰਸਕਾਰ ਦੇ ਲਈ ਰਾਕੇਸ਼ ਟਿਕੈਤ ਨੂੰ ਨਾਮਜ਼ਦ ਕੀਤਾ। ਰਸਮੀ ਤੌਰ ਤੇ ਐਲਾਨ 10 ਦਸੰਬਰ ਨੂੰ ਕੀਤਾ ਜਾਏਗਾ। ਲੰਡਨ ਦੇ ਸਕੁਐਡ ਵਾਟਰਮੈਲਨ ਕੰਪਨੀ ਵਿਸ਼ਵ ਭਰ ਦੇ ਵਿੱਚ ਵੱਖਰੀ ਮਿਸਾਲ ਕਾਇਮ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਆਈਕਨ ਪੁਰਸਕਾਰ ਦਿੰਦੀ ਹੈ। 21ਵੀਂ ਸਦੀ ਦਾ ਇਹ ਪੁਰਸਕਾਰ ਰਾਕੇਸ਼ ਟਿਕੈਤ ਦੀ ਝੋਲੀ ਵਿੱਚ ਪਿਆ ਹੈ। ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੇ ਲਈ ਮੁਲਾਜ਼ਮਾਂ ਤੋਂ 31 ਦਸੰਬਰ ਤੱਕ ਦੀ ਆਪਸ਼ਨ ਮੰਗੀ ਹੈ ਤੇ ਤੀਸਰੀ ਵਾਰੀ ਹੈ ਜਦੋਂ ਪੰਜਾਬ ਸਰਕਾਰ ਨੇ ਅਜਿਹੀ ਚਿੱਠੀ ਜਾਰੀ ਕੀਤੀ ਹੈ। 6ਵਾਂ ਤਨਖਾਹ ਕਮਿਸ਼ਨ 2016 ਤੋਂ ਲਾਗੂ ਹੋਣਾ ਸੀ, ਜਿਹੜਾ ਕਿ 2021 ਤੱਕ ਵੀ ਲਟਕ ਹੀ ਰਿਹਾ, 2022 ਚੜ੍ਹਨ ਵਾਲਾ ਹੈ। ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਚੰਨੀ ਸਰਕਾਰ ਤੇ ਮੁਲਾਜ਼ਮਾਂ ਦਰਮਿਆਨ ਸਹਿਮਤੀ ਨਹੀਂ ਬਣ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਮੁਤਾਬਿਕ ਨਵੰਬਰ ਤੋਂ ਵਧੀ ਹੋਈ ਤਨਖਾਹ ਦੇਣ ਦਾ ਐਲਾਨ ਕਰ ਚੁੱਕੇ ਨੇ, ਜਦਕਿ ਅਸਲੀਅਤ ਦੇ ਵਿੱਚ ਹਾਲੇ ਆਪਸ਼ਨ ਹੀ ਪੁੱਛੀ ਜਾ ਰਹੀ ਹੈ। ਤੇ ਹੋਰ ਵੀ ਬੜੇ ਅਜਿਹੇ ਐਲਾਨ ਹੈਗੇ ਨੇ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਾਅਵੇ ਮੁਤਾਬਿਕ ਲਾਗੂ ਹੋ ਚੁੱਕੇ ਨੇ, ਪਰ ਬਿਜਲੀ ਸਸਤੀ ਹੋਣ ਸਮੇਤ ਕਈ ਐਲਾਨ ਨੇ ਜਿਹੜੇ ਅਮਲੀ ਪੱਧਰ ਤੇ ਹਾਲੇ ਤੱਕ ਲਾਗੂ ਹੀ ਨਹੀਂ ਹੋਏ। ਜਿਹੜਾ ਬਿਜਲੀ ਸਸਤੀ ਦੇਣ ਦਾ ਤੇ ਬਿਜਲੀ ਦੇ ਬਿੱਲ ਮਾਫ ਕਰਨ ਵਾਲਾ ਜਿਹੜਾ ਚੰਨੀ ਸਾਹਿਬ ਦਾ ਦਾਵਾ ਹੈਗਾ ਉਹ ਵੀ ਫੋਕਾ ਹੀ ਦਿਖਾਈ ਦੇ ਰਿਹਾ ਹੈ, ਕਿਉਂਕਿ ਪਾਵਰਕਾਮ ਨੇ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਨਾ ਤਾਂ ਲਿਖਤੀ ਤੌਰ ਤੇ ਕੋਈ ਚਿੱਠੀ ਆਈ ਹੈ ਸਰਕਾਰ ਦੀ ਤੇ ਨਾ ਹੀ ਉਹਨਾਂ ਨੂੰ ਕੋਈ ਰਾਸ਼ੀ ਹੈ ਜਿਹੜੀ ਉਹ ਸਰਕਾਰ ਨੇ ਜਾਰੀ ਕੀਤੀ ਹੈ। ਸੋ ਇਥੋਂ ਪਤਾ ਲੱਗਦਾ ਹੈ ਕਿ ਜਿਹੜੇ ਐਲਾਨ ਲਾਗੂ ਹੀ ਨਹੀਂ ਹੋਏ ਉਹਦੇ ਲਈ ਸਰਕਾਰ ਹੈ ਜਿਹੜੀ ਉਹ
ਕਿੰਨੇ ਮਹਿੰਗੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਛਾਪ ਰਹੀ ਹੈ, ਸੜਕਾਂ ਦੇ ਉੱਤੇ ਥਾਂ-ਥਾਂ ਫਲੈਕਸ ਬੋਰਡ ਲਾ ਰਹੀ ਹੈ ਤੇ ਕੰਮ ਹਾਲੇ ਸ਼ੁਰੂ ਹੀ ਨਹੀਂ ਹੋਏ। ਬੜੀ ਹੈਰਾਨੀ ਦੀ ਗੱਲ ਹੈ। ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ। ਜੇਕਰ ਤੁਸੀਂ ਇਸ ਨੂੰ ਬਦਲਣਾ ਚਾਹੁੰਦੇ ਹੋ, ਦੇਸ਼ ਦੀ ਸਿਆਸਤ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਦਲ-ਦਲ ਦੇ ਵਿੱਚ ਉਤਰਨਾ ਹੀ ਪਊਗਾ। ਵਿਦੇਸ਼ਾਂ 'ਚ ਬਹਿ ਕੇ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ। ਸਿਸਟਮ 'ਚ ਆ ਕੇ ਬਦਲਣ ਦੀ ਹਿੰਮਤ ਰੱਖੋ। ਮੈਂ ਇੱਥੇ ਕੰਮ ਕਰਵਾਉਣ ਦੇ ਲਈ ਆਇਆ। ਦਰਅਸਲ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਿੱਧੂ ਮੂਸੇਵਾਲੇ ਨੂੰ ਲੋਕ ਗਦਾਰ ਕਹਿ ਕੇ ਭੰਡ ਰਹੇ ਨੇ। ਮੂਸੇਵਾਲੇ ਨੇ ਵੀ ਫਿਰ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੂਸੇਵਾਲਾ ਲਾਈਵ ਹੋਇਆ ਹੈ ਤੇ ਕਿਹਾ ਕਿ ਮੈਨੂੰ ਸ਼ੁੱਕਰਵਾਰ ਤੋਂ ਹੀ ਕਾਫੀ ਤਾਰੀਫ ਮਿਲ ਰਹੀ ਹੈ, ਸਰਟੀਫਿਕੇਟ ਮੈਨੂੰ ਮਿਲ ਰਹੇ ਨੇ, ਪਰ ਮੈਂ ਪੁੱਛਣਾ ਚਾਹੁੰਦਾ, ਜੇ ਮੈਂ ਦੇਸ਼ ਧਰੋਹੀ ਹਾਂ ਤਾਂ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਜਿਨ੍ਹਾਂ ਨੇ ਪੰਜਾਬ ਦੇ ਵਿੱਚ 3 ਵਾਰੀ ਕਾਂਗਰਸ ਦੀ ਸਰਕਾਰ ਬਣਾਈ, ਕਿ ਉਹ ਸਾਰੇ ਦੇਸ਼ ਧਰੋਹੀ ਨਹੀਂ ਹੈਗੇ? ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਾਰੇ ਤੁਸੀਂ ਕੀ ਕਹੋਗੇ? ਫਾਲਤੂ ਦਾ ਪ੍ਰਚਾਰ ਨਾ ਕਰੋ। ਸਿੱਖ ਕਤਲੇਆਮ ਤੇ ਸਿਆਸਤ ਕਰ ਰਹੇ ਹੋ ਤੇ ਤੁਸੀਂ ਸਭ ਤੋਂ ਵੱਡੇ ਗਦਾਰ ਹੋ। ਮੂਸੇਵਾਲੇ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ 'ਚ ਪੰਥਕ ਬਣੇ ਬੈਠੇ ਨੇ ਉਹ ਵੀ ਇਸ ਕਤਲੇਆਮ ਦੇ ਲਈ ਜ਼ਿੰਮੇਦਾਰ ਨੇ। ਨਿਸ਼ਾਨਾ ਕੀਤੀ ਲਾਇਆ ਉਹ ਤੁਸੀਂ ਸਮਝ ਸਕਦੇ ਹੋ। ਮੂਸੇਵਾਲੇ ਨੇ ਇਹ ਵੀ ਕਿਹਾ, ਕਹਿੰਦੇ ਜੇ ਮੈਂ ਕਿਸੇ ਪਾਰਟੀ ਵਿੱਚ ਗਿਆ ਹੁੰਦਾ ਤਾਂ ਮੈਨੂੰ ਕਿਹਾ ਜਾਂਦਾ ਮੈਂ ਬੇਅਦਬੀ ਕਰਨ ਵਾਲਿਆਂ ਨਾਲ ਗਿਆ, ਯਾਨੀ ਕਿ ਅਕਾਲੀਆਂ ਤੇ ਨਿਸ਼ਾਨਾ। ਦੂਜਿਆਂ ਵਿੱਚ ਜਾਂਦਾ ਤਾਂ ਕਿਸਾਨ ਵਿਰੋਧੀਆਂ ਨਾਲ ਮਿਲ ਗਿਆ, ਇਹ ਕਹਿੰਦੇ, ਯਾਨੀ ਕਿ ਬੀਜੇਪੀ ਤੇ ਨਿਸ਼ਾਨਾ। ਤੀਸਰੇ ਵਿੱਚ ਜਾਂਦਾ ਤਾਂ ਇਹ ਕਹਿਣਾ ਸੀ ਕਿ ਉਹ ਆਰਐਸਐਸ ਦੀ ਬੀ ਟੀਮ ਬਣ ਗਏ ਨੇ, ਯਾਨੀ ਕਿ ਆਮ ਆਦਮੀ ਪਾਰਟੀ ਤੇ ਨਿਸ਼ਾਨਾ। ਮੂਸੇਵਾਲੇ ਨੇ ਕਿਹਾ ਕਿ ਜੇ ਮੈਂ ਆਜ਼ਾਦ ਲੜਦਾ ਤਾਂ ਮੈਨੂੰ ਕਹਿੰਦੇ ਕਿ ਤੈਨੂੰ ਕੋਈ ਨਹੀਂ ਪੁੱਛਦਾ ਹੈਗਾ, ਸਾਡੀਆਂ ਵੋਟਾਂ ਨੂੰ ਵਾਧੂ ਖਰਾਬ ਹੀ ਕਰ ਦਿੱਤਾ। ਸੋਸ਼ਲ ਮੀਡੀਆ ਤੇ ਲਾਈਵ ਹੋਏ ਮੂਸੇਵਾਲੇ ਨੇ ਕਿਹਾ ਕਿ ਮੈਂ ਕੋਈ ਸਪਸ਼ਟੀਕਰਨ ਨਹੀਂ ਦੇਣ ਆਇਆ, ਨਾ ਮੈਂ ਸੱਚ ਬੋਲਣ ਦੇ ਲਈ ਆਇਆ ਹਾਂ। ਮੈਨੂੰ ਇਹ ਸਭ ਪਹਿਲਾਂ ਹੀ ਪਤਾ ਸੀ। 4 ਸਾਲਾਂ ਤੋਂ ਮੈਂ ਸਿਰਫ ਨੈਗੇਟਿਵਿਟੀ ਦੇਖੀ ਹੈ। ਮੈਨੂੰ ਪਤਾ ਸੀ ਅਜਿਹਾ ਹੋਊਗਾ, ਪਰ ਮੈਂ ਲੋਕਾਂ ਦੇ ਭਲੇ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ। ਸੋਸ਼ਲ ਮੀਡੀਆ ਤੇ ਲੋਕ ਸਰਕਾਰ ਨੂੰ ਕੋਸ ਰਹੇ ਨੇ। ਮੈਂ ਪੁੱਛਦਾ, ਜੇਕਰ ਸਰਕਾਰ ਹੀ ਢਿੱਲੀ ਹੈ ਤਾਂ ਸਹੀ ਕੰਮ ਕਰੂਗਾ ਕੌਣ? ਮੈਨੂੰ ਕੱਲ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮਿਲ ਰਹੇ ਨੇ ਤੋਂ ਗਦਾਰ ਹੈ ਬਾਈ, ਫਲਾਨਾ ਹੈਗਾ। ਕਿਹੜੀ ਗੱਲ ਤੋਂ ਗਦਾਰ ਹਾਂ ਬਾਈ? ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ? ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕੀ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ? ਇੱਕ ਪਾਰਟੀ ਹੈਗੀ ਹੈ, ਜੇ ਮੋਹ ਨਾਲ ਜਵਾਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲਾ ਨਾਲ ਰਲੇ ਫਿਰਦੇ ਹੋ। ਬੇਅਦਬੀ ਇਹ ਤਾਂ ਬੇਅਦਬੀ ਕਰੀ ਹੈ ਇਹਨਾਂ ਨੇ, ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜੇ ਆ। ਇੱਕ ਪਾਰਟੀ ਨੇ ਹੋਰ ਅਪਰੋਚ ਕਰਿਆ ਸੀ ਉਹਨੂੰ, ਉਹਦੇ ਨਾਲ ਜੇ ਕਹਿਣ ਰਲਦਾ ਫਿਰ ਤੁਸੀਂ ਕਹਿਣਾ ਸੀ ਕਿਸਾਨਾਂ ਦੇ ਵਿਰੋਧੀ ਹੈ, ਇਹਦਾ ਇੰਨੇ ਕਿਸਾਨ ਮਰਿਆ ਯਾਰ ਤੂੰ ਇਹਨਾਂ ਨਾਲ ਰਲ ਗਿਆ, ਫਿਰ ਵੀ ਗਦਾਰ। ਇੱਕ ਪਾਰਟੀ ਹੋਰ ਸੀ, ਉਹਨੂੰ ਤੁਸੀਂ ਆਰਐਸਐਸ ਦੀ ਬੀ ਟੀਮ ਕਹਿੰਦੇ ਹੋ, ਉਹਦੇ ਨਾਲ ਰਲ ਗਿਆ, ਫਿਰ ਵੀ ਕਹਿਣਾ ਉਹ ਯਾਰ ਤਾਂ ਫਲਾਨਾ। ਆਜ਼ਾਦ ਖੜ ਗਿਆ ਤਾਂ ਫਿਰ ਤੁਸੀਂ ਕਹਿਣਾ ਸੀ ਯਾਰ ਤੂੰ ਆਜ਼ਾਦ ਲੋਕਾਂ ਦੀਆਂ ਵੋਟਾਂ ਲੈ ਕੇ ਕੀ ਕਰੇਗਾ, ਤੇਰੇ ਕੋਲੇ ਕੋਈ ਸਿਸਟਮ ਨਹੀਂ, ਉੱਤੇ ਤੇਰੀ ਗੱਲ ਨਹੀਂ ਬਣਨੀ, ਕਿਉਂ ਐਵੇਂ ਲੋਕਾਂ ਦੀਆਂ ਵੋਟਾਂ ਖਰਾਬ ਕੀਤੀਆਂ? ਠੀਕ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੇ ਮੇਰਾ ਭਰਾ, ਤੁਸੀਂ ਮੈਨੂੰ ਦੱਸ ਦਿੰਦੇ, ਤੁਸੀਂ ਮੈਨੂੰ ਹੁਣ ਵੀ ਦੱਸ ਦਿਓ ਵੀ ਕਿਹੜਾ ਸਹੀ ਹੈ। ਉਧਰ ਪੰਜਾਬ ਕੈਬਨਿਟ ਦੀ 9 ਤਰੀਕ ਨੂੰ ਫਿਰ ਤੋਂ ਬੈਠਕ ਹੋਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਬਾਅਦ ਦੁਪਹਿਰ 3:30 ਵਜੇ ਪੰਜਾਬ ਭਵਨ ਦੇ ਵਿੱਚ ਜਿਹੜੀ ਇਹ ਬੈਠਕ ਸੱਦੀ ਹੈਗੀ ਹੈ। ਏਜੰਡਾ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਫੜਨ ਦਾ ਦਾਅਵਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਹਲਕਾ ਚਮਕੌਰ ਸਾਹਿਬ ਦੇ ਵਿੱਚ ਸਕੂਲਾਂ ਦੇ ਦੌਰੇ ਤੋਂ ਬਾਅਦ ਹੁਣ ਰੇਤੇ ਦੀ ਮਾਈਨਿੰਗ ਨੂੰ ਲੈ ਕੇ ਹਮਲਾ ਬੋਲਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਾਘਵ ਚੱਡਾ ਨੇ ਪਿੰਡ ਜਿੰਦਾਪੁਰ ਦੇ ਵਿੱਚ ਨਾਜਾਇਜ਼ ਮਾਈਨਿੰਗ ਫੜਨ ਦਾ ਦਾਅਵਾ ਕੀਤਾ ਹੈ ਤੇ ਕਿਹਾ ਕਿ ਮੁੱਖ ਮੰਤਰੀ ਦੀ ਨੱਕ ਹੇਠ ਰੇਤ ਮਾਫੀਆ ਚੱਲ ਰਿਹਾ ਹੈ। ਚੱਡਾ ਨੇ ਇੱਕ ਚਿੱਠੀ ਵੀ ਦਿਖਾਈ ਕਿ ਕੁਝ ਦਿਨ ਪਹਿਲਾਂ ਜੰਗਲਾਤ ਆਫੀਸਰ ਨੇ ਐਸਐਚਓ ਤੇ ਤਹਿਸੀਲਦਾਰ ਨੂੰ ਚਿੱਠੀ ਲਿਖੀ ਸੀ, ਜਿਹਦੇ ਵਿੱਚ ਉਹਨੇ ਦੱਸਿਆ ਸੀ ਕਿ ਪਿੰਡ ਜਿੰਦਾਪੁਰ ਵਿੱਚ ਇਸ ਥਾਂ ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਇਹ ਜ਼ਮੀਨ ਜੰਗਲ ਦੀ ਜ਼ਮੀਨ ਦੇ ਵਿੱਚ ਹੈ, ਇੱਥੇ ਕੋਈ ਗਤੀਵਿਧੀ ਵੀ ਹੈ ਨਹੀਂ। ਪਰ ਕਹਿੰਦੇ ਜਿਸ ਦਿਨ ਉਹਨੇ ਚਿੱਠੀ ਲਿਖੀ ਉਸ ਤੋਂ ਅਗਲੇ ਦਿਨ ਅਧਿਕਾਰੀ ਦੀ ਬਦਲੀ ਹੋ गई। श्री चमकौर साहब के जिंदापुर पिंड में खड़े हैं और इस पिंड में सरेआम नाजायज इलीगल रेता माइनिंग चल रही है। मेरे पीछे आप देख सकते हैं दरिया है, रेता निकाला जा रहा है और पानी हटाकर उस रेते को पोकलेन जेसीबी में भरकर ले जाया जा रहा है ट्रकों में। चन्नी साहब जब मुख्यमंत्री बने तो उन्होंने कहा कि रेता माफिया मेरे पास ना आए, मैं रेता माफिया का मुख्यमंत्री नहीं हूं। लेकिन यहां तो नजर आ रहा है सरेआम रेता माफिया
मुख्यमंत्री जी के संरक्षण में काम कर रहा है। ये लाइव रेड आज हमने मुख्यमंत्री जी के चन्नी साहब के अपने हलके में, उनके हलके के पिंड जिंदापुर में करी है। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਲਗਾਤਾਰ ਚੋਣ ਰੈਲੀਆਂ ਕਰ ਰਹੇ ਨੇ। ਚੋਣ ਰੈਲੀ ਕਰਦਿਆਂ ਉਹਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਾਫੀ ਰਗੜਿਆ ਹੈ ਤੇ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਨੂੰ, ਕਾਂਗਰਸ ਸਰਕਾਰ ਨੂੰ ਜਿੱਥੇ ਚੇਤਾਵਨੀ ਦਿੱਤੀ ਹੈ ਉੱਥੇ ਨਾਲ ਇਹ ਵੀ ਦੋਸ਼ ਲਾਇਆ ਹੈ ਕਿ ਖਜ਼ਾਨਾ ਖਾਲੀ ਨਹੀਂ ਹੈ ਬਲਕਿ ਕਾਂਗਰਸ ਸਰਕਾਰ ਦੀ ਨੀਅਤ ਖਾਲੀ ਹੈ। बड़ा अफसोस है चन्नी साहब नाले तो कहते मैं आम आदमी हूं, मेरे दरबार च कोई मर्जी मिल सकता है। की जान गई है, किस वास्ते गई है? ਅੱਜ ਜਿਹੜੇ ਟੀਚਰਾਂ ਨੂੰ ਤੇ ਮੁਲਾਜ਼ਮਾਂ ਨੂੰ ਡਾਂਗਾ ਪੈ ਰਹੀਆਂ, ਮਤਲਬ ਕੀ ਹੈ? ਹੰਕਾਰ ਹੈ, ਉਹਦੇ ਚ ਹੰਕਾਰ ਆ ਗਿਆ, ਮੈਂ ਸੀਐਮ ਬਣ ਗਿਆ, ਉਹਦੇ ਕੱਪੜਿਆਂ ਚੋਂ ਬਾਹਰ ਨਿਕਲਿਆ। ਉਧਰ ਬੀਜੇਪੀ ਦੇ ਵਿੱਚ ਤਾਜ਼ਾ ਸ਼ਾਮਿਲ ਹੋਏ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਿਆਨਾਂ ਨੂੰ ਖਾਰਜ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਹ ਦਾਅਵਾ ਕੀਤਾ ਸੀ ਕਿ ਸਿਰਸਾ ਨੂੰ ਧੱਕੇਸ਼ਾਹੀ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ, ਪਰ ਸਿਰਸਾ ਨੇ ਸਾਫ਼-ਸਾਫ਼ ਕਿਹਾ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਦਾ ਮੇਰਾ ਸਿਰਫ ਇੱਕੋ ਇੱਕ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ। ਇਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਮੈਨੂੰ ਅਜਿਹਾ ਪਲੇਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਬੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਦੇ ਵਿੱਚ ਮੈਨੂੰ ਮਦਦ ਮਿਲੂਗੀ। ਪਰ ਉਹਨਾਂ ਕਿਹਾ ਕਿ ਜੇਕਰ ਬੀਜੇਪੀ ਨੇ ਮੇਰੇ ਨਾਲ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਪਾਰਟੀ ਮੈਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿੱਚ ਸ਼ਾਮਿਲ ਹੋਣ ਵਜੋਂ ਨਾ ਕਿ ਇੱਕ ਵਿਅਕਤੀ ਦੇ ਤੌਰ ਤੇ ਸ਼ਾਮਿਲ ਕਰਵਾਉਂਦੀ। ਉਹਨੇ ਕਿਹਾ ਕਿ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਿਲ ਹੋਇਆ ਹਾਂ ਕਿਉਂਕਿ ਜਦੋਂ ਤੋਂ ਬੀਜੇਪੀ ਤੇ ਅਕਾਲੀਆਂ ਦਾ ਗੱਠਜੋੜ ਟੁੱਟਿਆ ਹੈ, ਅਕਾਲੀਆਂ ਦੇ ਕੋਲ ਮਸਲੇ ਹੱਲ ਕਰਵਾਉਣ ਦਾ ਕੋਈ ਜਿਹੜਾ ਸਰੋਤ ਹੈ ਉਹ ਨਹੀਂ ਰਿਹਾ, ਸਮਰੱਥਾ ਨਹੀਂ ਰਹੀ ਕਿਉਂਕਿ ਅਕਾਲੀਆਂ ਦੀ ਬਾਹ ਫੜਨ ਵਾਲਾ ਕੋਈ ਹੈ ਨਹੀਂ। ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ ਸਰਕਾਰ ਦੇ ਉਸ ਬਿਆਨ ਨੂੰ ਲੈ ਕੇ ਸਰਕਾਰ ਨੂੰ ਕੋਸਿਆ ਹੈ ਕਿ ਤੁਸੀਂ ਵਾਰੀ-ਵਾਰੀ ਜਿਹੜਾ ਸਦਨ ਦੇ ਵਿੱਚ ਕਹਿੰਦੇ ਹੋ ਕਿ ਸਾਨੂੰ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਬਾਰੇ ਪਤਾ ਹੀ ਨਹੀਂ ਹੈਗਾ, ਸਾਡੇ ਕੋਲੇ ਵੇਰਵਾ ਹੀ ਨਹੀਂ ਹੈਗਾ, ਉੱਥੇ ਹੀ ਸਰਕਾਰ ਨੂੰ ਨਾਮ ਵੀ ਭੇਜੇ ਨੇ ਅੰਦੋਲਨ ਦੇ ਵਿੱਚ ਜਾਨ ਗਵਾਉਣ ਵਾਲੇ ਸੰਘਰਸ਼ੀ ਕਿਸਾਨ ਜਿਨ੍ਹਾਂ ਦੇ ਵਿੱਚ ਬਜ਼ੁਰਗ, ਨੌਜਵਾਨ, ਬੀਬੀਆਂ ਤੇ ਜਿਹੜੇ ਮਰਦ ਨੇ ਉਹ ਸ਼ਾਮਿਲ ਨੇ। 702 ਕਿਸਾਨਾਂ ਦੇ ਨਾਮ ਨੇ ਜਿਹੜੇ ਉਹ ਸਰਕਾਰ ਨੂੰ ਭੇਜੇ ਨੇ। ਸ਼ੁੱਕਰਵਾਰ ਨੂੰ ਖੇਤੀਬਾੜੀ ਸਕੱਤਰ ਨੂੰ ਇਹ ਲਿਸਟ ਹੈ ਜਿਹੜੀ ਉਹ ਭੇਜੀ ਗਈ ਹੈ ਕਿ ਹੁਣ ਅਸੀਂ ਤੁਹਾਨੂੰ ਅੰਕੜੇ ਭੇਜ ਰਹੇ ਹਾਂ, ਹੁਣ ਤੁਸੀਂ ਵਾਰੀ-ਵਾਰੀ ਝੂਠ ਨਾ ਬੋਲਿਓ। ਤੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਕਹਿ ਰਹੇ ਨੇ ਕਿ ਸਰਕਾਰ ਨੇ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਦੇ ਲਈ ਕਮੇਟੀ ਬਣਾ ਦਿੱਤੀ ਹੈ। ਖੇਤੀਬਾੜੀ ਮੰਤਰੀ ਤੋਮਰ ਨੇ ਅਧਿਕਾਰਿਕ ਤੌਰ ਤੇ ਐਲਾਨ ਜਿਹੜਾ ਇਹ ਕੀਤਾ ਹੈ ਕਿ ਐਮਐਸਪੀ ਸੀ, ਐਮਐਸਪੀ ਹੈ ਤੇ ਐਮਐਸਪੀ ਰਹੇਗੀ, ਪਰ ਇਹ ਹਕੀਕਤ ਹੈ ਕਿ ਪੂਰੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਐਮਐਸਪੀ ਨਹੀਂ ਹੈ। ਫਿਰ ਵੀ ਸਰਕਾਰ ਪਤਾ ਨਹੀਂ ਇਹੋ ਜਿਹੇ ਬਿਆਨ ਕਿਉਂ ਦਿੰਦੀ ਹੈ। ਖੈਰ, ਜੋ ਗਰੇਵਾਲ ਹੈ ਉਸਨੇ ਕਿਹਾ ਕਿ ਕਿਸਾਨ ਮੋਰਚਾ ਜਿਹੜਾ ਹੈਗਾ ਉਹਦੀਆਂ ਸਾਰੀਆਂ ਮੰਗਾਂ ਜੋ ਸਰਕਾਰ ਮੰਨ ਚੁੱਕੀ ਹੈ ਤਾਂ ਫਿਰ ਕਿਸਾਨਾਂ ਨੂੰ ਮੋਰਚੇ ਖਾਲੀ ਕਰ ਦੇਣੇ ਚਾਹੀਦੇ ਨੇ। ਪਰ ਹੁਣ ਕਿਸਾਨਾਂ ਦੀ ਹੀ ਮਰਜ਼ੀ ਹੈ ਕਿ ਉਹਨਾਂ ਨੇ ਮੋਰਚੇ ਖਾਲੀ ਕਰਨੇ ਨੇ ਜਾਂ ਫਿਰ ਸਿਰਫ ਸਿਆਸਤ ਹੀ ਕਰਨੀ ਹੈ। ਆਮ ਤੌਰ ਤੇ ਆਪਾਂ ਸੁਣਦੇ ਹੁੰਨੇ ਆ ਇਸ ਸਮਾਜ ਦੇ ਵਿੱਚ ਵਿਚਰਦੇ ਹੋਏ ਕਿ ਬੁਰੇ ਇਨਸਾਨ ਦੇ ਅੰਦਰੋਂ ਬੁਰਾਈ ਖਤਮ ਨਹੀਂ ਹੁੰਦੀ। ਇਹ ਜਿਹੜੀ ਗੱਲ ਹੈ ਕੰਗਣਾ ਰਣੌਤ ਤੇ ਵੀ ਟੁਕ ਰਹੀ ਹੈ ਕਿਉਂਕਿ ਕੰਗਣਾ ਰਣੌਤ ਜਿਵੇਂ ਹੀ ਸ਼ੁੱਕਰਵਾਰ ਨੂੰ ਕਿਸਾਨਾਂ ਦੇ ਘਿਰਾਓ ਦੇ ਵਿੱਚੋਂ ਬਾਹਰ ਨਿਕਲੀ ਮਾਫੀ ਮੰਗ ਕੇ, ਉਸ ਤੋਂ ਬਾਅਦ ਉਹਨੇ ਆਪਣੇ ਤੇਵਰ ਹੀ ਬਦਲ ਲਏ। ਕੰਗਣਾ ਰਣੌਤ ਮੁੱਕਰ ਹੀ ਗਈ ਕਿ ਮੈਂ ਮਾਫੀ ਮੰਗੀ ਨਹੀਂ, ਕਹਿੰਦੀ ਨਾ ਮੈਨੂੰ ਕਿਸੇ ਨੇ ਮਾਫੀ ਮੰਗਣ ਦੇ ਲਈ ਕਿਹਾ, ਨਾ ਮੈਂ ਕਿਸ ਤੋਂ ਮਾਫੀ ਮੰਗੀ, ਨਾ ਹੀ ਮੈਨੂੰ ਮਾਫੀ ਮੰਗਣ ਦੀ ਕੋਈ ਲੋੜ ਹੈ। ਕਹਿੰਦੀ ਇਹ ਜਿਹੜੇ ਪੰਜਾਬ ਦੇ ਲੋਕਾਂ ਦਾ ਪਿਆਰ ਸੀਗਾ ਜਿਹੜਾ ਮੈਨੂੰ ਮਿਲਿਆ ਹੈ ਤੇ ਮੇਰੇ ਬਾਰੇ ਉਹਨਾਂ ਨੂੰ ਕੁਝ ਸ਼ਿਕਾਇਤਾਂ ਸੀਗੀਆਂ, ਮੈਂ ਉਹਨਾਂ ਦੇ ਗਿਲੇ ਸ਼ਿਕਵੇ ਸੁਣੇ ਤੇ ਆਪਣੀ ਪੂਰੀ ਗੱਲ ਸਮਝਾ ਦਿੱਤੀ। ਉੱਥੋਂ ਦੀਆਂ ਬੀਬੀਆਂ ਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ ਤੇ ਮੈਂ ਹਮੇਸ਼ਾ ਕਿਸਾਨਾਂ ਦੀ ਸਪੋਰਟਰ ਰਹੀ ਹਾਂ, ਇਸੇ ਕਰਕੇ ਮੈਂ ਖੇਤੀ ਕਾਨੂੰਨਾਂ ਦੀ ਸਮਰਥਕ ਰਹੀ ਹਾਂ ਤੇ ਅੱਗੇ ਵੀ ਰਹਾਂਗੀ। ਸੋ ਇਹ ਜਿਹੜਾ ਕੰਗਣਾ ਰਣੌਤ ਨੇ ਆਪਣੀ ਨੀਅਤ ਹੈ ਜਿਹੜੀ ਇੱਕ ਵਾਰੀ ਫਿਰ ਤੋਂ ਸਾਫ਼ ਕਰ ਦਿੱਤੀ ਹੈ। ਹਾਲਾਂਕਿ ਕੰਗਣਾ ਨੇ ਮਾਫੀ ਮੰਗ ਕੇ ਖਹਿੜਾ ਛੁਡਾਇਆ ਸੀ, ਵੀਡੀਓਜ਼ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜ਼ਿਆਦਾ ਹੀ ਹੇਜ ਜਾਗ ਪਿਆ ਹੈ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਇੱਕ ਸਿਆਸੀ ਚਾਲ ਹੈ ਜਿਹੜੀ ਉਹ ਖੇਡ ਰਹੇ ਨੇ। ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਵਿੱਚ ਸਿਆਸੀ ਕੱਦ ਘੱਟ ਕਰਨ ਦੇ ਲਈ ਉਹ ਕੋਈ ਚਾਲ ਹੈ ਜਿਹੜੀ ਉਹ ਅਪਣਾ ਰਹੇ ਨੇ ਕਿਉਂਕਿ ਕੇਜਰੀਵਾਲ ਨੇ ਫਿਰ ਦਿੱਲੀ ਦੇ ਵਿੱਚ ਅਜਿਹਾ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਚਰਚਾ ਛਿੜਨੀ ਤਾਂ ਲਾਜ਼ਮੀ ਹੈ। ਜਦੋਂ ਮੀਡੀਆ ਨੇ ਪੁੱਛਿਆ ਅਰਵਿੰਦ ਕੇਜਰੀਵਾਲ ਤੋਂ ਕਿ ਸਿੱਧੂ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਬਣਾਇਆ ਜਾ ਸਕਦਾ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਹੱਸ ਕੇ ਟਾਲ ਦਿੱਤਾ, ਨਹੀਂ ਜਾਂ ਹਾਂ ਦਾ ਜਵਾਬ ਨਹੀਂ ਦਿੱਤਾ, ਹੱਸ ਕੇ ਟਾਲ ਦਿੱਤਾ ਕਿਉਂਕਿ
ਇਹਦੇ ਨਾਲ ਜਿਹੜੀ ਚਰਚਾ ਛਿੜ ਸਕਦੀ ਸੀ। ਇਸ ਕਰਕੇ ਅਰਵਿੰਦ ਕੇਜਰੀਵਾਲ ਨੇ ਅਜਿਹਾ ਪ੍ਰਤੀਕਰਮ ਦਿੱਤਾ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਨਾਲ ਹੀ ਕਿ ਸਿਆਸਤ ਦੇ ਵਿੱਚ ਕੋਈ ਵੀ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਇੱਕ ਟੀਵੀ ਤੇ ਇੰਟਰਵਿਊ ਦਰਮਿਆਨ ਕਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸੀ। ਉਸ ਤੋਂ ਬਾਅਦ ਭਖੇ ਹੋਏ ਸਿੱਧੂ ਨੇ ਕੇਜਰੀਵਾਲ ਨੂੰ ਬੜੇ ਹੀ ਤਿੱਖੇ ਜਵਾਬ ਨੇ ਜਿਹੜੇ ਉਹ ਵੀ ਦਿੱਤੇ ਸੀ। ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਕੋਲ ਲਾੜਾ ਹੈ ਨਹੀਂ, ਬਰਾਤ ਕੱਲੀ ਨੱਚੀ ਜਾਂਦੀ ਹੈ। ਸਿੱਧੂ ਮੂਸੇਵਾਲੇ ਦੇ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਜੁਆਇਨ ਕਰਨ ਤੋਂ ਬਾਅਦ ਜਿੱਥੇ ਮਾਨਸਾ ਜ਼ਿਲ੍ਹੇ ਦੇ ਟਕਸਾਲੀ ਕਾਂਗਰਸੀ ਬਗਾਵਤ ਕਰ ਰਹੇ ਨੇ, ਬਾਗੀ ਸੁਰ ਉੱਠ ਰਹੇ ਨੇ, ਉੱਥੇ ਉਹਨਾਂ ਨੇ ਸਿੱਧੇ ਤੌਰ ਤੇ ਟਿਕਟ ਹੈ ਜਿਹੜੀ ਮੰਗ ਲਈ ਹੈ ਗਾਗੋਵਾਲ ਪਰਿਵਾਰ ਨੇ। ਉੱਥੇ ਹੀ ਹੁਣ ਕਿਸਾਨਾਂ ਨੇ ਵੀ ਸਿੱਧੂ ਮੂਸੇਵਾਲੇ ਦੇ ਖਿਲਾਫ ਮੋਰਚਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸਿੰਘੂ ਬਾਰਡਰ ਤੇ ਕਿਸਾਨਾਂ ਨੇ ਸਿੱਧੂ ਮੂਸੇਵਾਲੇ ਦਾ ਜਿਹੜਾ ਵਿਰੋਧ ਕੀਤਾ ਹੈ। ਸੋਸ਼ਲ ਮੀਡੀਆ ਤੇ ਵੀ ਸਿੱਧੂ ਦਾ ਕਾਫੀ ਵਿਰੋਧ ਹੋ ਰਿਹਾ ਹੈ, ਇਸੇ ਕਰਕੇ ਉਹਨਾਂ ਨੇ ਸ਼ਾਇਦ ਲਾਈਵ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਕਿਸਾਨਾਂ ਨੇ ਕਿਹਾ, ਉਹਨਾਂ ਨੇ ਆਪਣੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸੀ ਜਿਨ੍ਹਾਂ ਤੇ ਲਿਖਿਆ ਕਿ ਮੂਸੇਵਾਲਾ ਫੈਨ ਤਾਂ ਸੰਤਾਂ ਦਾ ਬਣਦਾ ਸੀ, ਹੁਣ ਗਾਂਧੀ ਪਰਿਵਾਰ ਦੇ ਪੈਰਾਂ ਵਿੱਚ ਜਾ ਡਿੱਗਿਆ। ਤੇ ਉਧਰ ਅਦਾਕਾਰਾ ਸੋਨੀਆ ਮਾਨ ਜਿਹੜੀ ਕਿ ਕਿਸਾਨ ਮੋਰਚੇ ਦੇ ਵਿੱਚ ਹੀ ਚਰਚਾ ਦੇ ਵਿੱਚ आई है, काफी वाहवा खट्टी है सोनिया मान ने। हालांकि अखीर ते आके उसने अपने गल दे विच होर तरह के हार भी पवा लए ने। किसानां दी जिहड़ी ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਆਲੋਚਨਾ ਦਾ ਸ਼ਿਕਾਰ ਵੀ ਬਣੀ ਹੈ ਸੋਨੀਆ ਮਾਨ ਜਦੋਂ ਇਹ ਚਰਚਾ ਉੱਠੀ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੀ ਹੈ। ਖੈਰ ਸਿੱਧੂ ਮੂਸੇਵਾਲੇ ਦਾ ਪੱਖ ਸੋਨੀਆ ਮਾਨ ਨੇ ਵੀ ਪੂਰਿਆ ਹੈ, ਲਾਈਵ ਹੋ ਕੇ ਕਿਹਾ ਕਿ ਜੇ ਕੋਈ ਚੰਗਾ ਬੰਦਾ ਸਿਆਸਤ ਦੇ ਵਿੱਚ ਆਉਂਦਾ ਹੈ ਤਾਂ ਸਾਨੂੰ ਉਸ ਸਭ ਦਾ ਸਮਰਥਨ ਕਰਨਾ ਚਾਹੀਦਾ ਹੈ। ਜ਼ਮੀਨੀ ਪੱਧਰ ਤੇ ਕੀਤੀ ਗਈ ਸਖਤ ਮਿਹਨਤ ਹੀ ਅਸਲ ਦੇ ਵਿੱਚ ਮਾਇਨੇ ਰੱਖਦੀ ਹੈ। ਸੋ ਸੋਨੀਆ ਮਾਨ ਦੇ ਇਸ ਬਿਆਨ ਨੂੰ ਸਿਆਸੀ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਕੀ ਆਉਂਦੇ ਦਿਨਾਂ ਦੇ ਵਿੱਚ ਸੋਨੀਆ ਮਾਨ ਵੀ ਕਾਂਗਰਸ ਦੇ ਵਿੱਚ ਤਾਂ ਨਹੀਂ ਸ਼ਾਮਿਲ ਹੋ ਰਹੀ। ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਸ਼ਾਮਿਲ ਹੋਣ ਦੀ ਗੱਲ ਆਈ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਚੋਣਾਂ ਦੇ ਨੇੜੇ ਆਉਂਦਿਆਂ ਹੀ ਪੰਜਾਬ ਦੇ ਵਿੱਚ ਲਗਾਤਾਰ ਗੇੜੇ ਮਾਰਨ ਲੱਗ ਪਏ ਨੇ। ਹੁਣ ਤਾਂ ਹਫ਼ਤੇ ਵਿੱਚ ਇੱਕ ਗੇੜਾ ਕੇਜਰੀਵਾਲ ਦਾ ਪੰਜਾਬ ਦਾ ਹੁੰਦਾ ਹੀ ਹੈ। ਤੇ ਕੇਜਰੀਵਾਲ ਜਿਹੜੀ ਟੀਵੀ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਰਹੇ ਨੇ ਉਹਦੇ ਵਿੱਚ ਖਾਸ ਤੌਰ ਤੇ ਉਹ ਪੰਜਾਬੀ ਬੋਲਦੇ ਨੇ ਅਤੇ ਕੇਜਰੀਵਾਲ ਦੇ ਪੰਜਾਬੀ ਬੋਲਣ ਤੇ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਕੂਲਾਂ ਦੇ ਵਿੱਚ ਪੰਜਾਬੀ ਟੀਚਰ ਤਾਂ ਪੂਰੇ ਨਹੀਂ ਹੈਗੇ। ਪੰਜਾਬੀ ਬੋਲ ਕੇ ਕੇਜਰੀਵਾਲ ਕਿਉਂ ਪਖੰਡ ਕਰ ਰਹੇ ਨੇ, ਪੰਜਾਬੀ ਚ ਬੋਲਦੇ ਨੇ, ਵੀਡੀਓ ਬਣਾਉਂਦੇ ਨੇ, ਮੈਸੇਜ ਭੇਜਦੇ ਨੇ ਤੇ ਇਹ ਸ਼ੋਅ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਬੜਾ ਹੀ ਪਿਆਰ ਹੁੰਦਾ ਹੈ, ਪੰਜਾਬੀ ਭਾਸ਼ਾ ਨਾਲ ਬੜਾ ਪਿਆਰ ਹੁੰਦਾ ਹੈ, ਪਰ ਹਕੀਕਤ ਕੁਝ ਹੋਰ ਹੈ। ਦਿੱਲੀ ਦੇ ਵਿੱਚ ਉਹਨਾਂ ਦਾ ਪੰਜਾਬੀ ਦੇ ਨਾਲ ਮਤਰੇਆਂ ਵਾਲਾ ਵਿਵਹਾਰ ਹੈ। ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ 1067 ਮਨਜ਼ੂਰਸ਼ੁਦਾ ਅਸਾਮੀਆਂ ਦੇ ਵਿੱਚੋਂ 76% ਯਾਨੀ ਕਿ 807 ਅਸਾਮੀਆਂ ਖਾਲੀ ਪਈਆਂ, ਫਿਰ ਵੀ ਕਿਉਂ ਪਖੰਡ ਕਰ ਰਹੇ ਨੇ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਕਾਂਗਰਸ ਨੂੰ ਛੱਡ ਚੁੱਕੇ ਨੇ ਜਾਂ ਕਹਿ ਸਕਦੇ ਹਾਂ ਕਿ ਕਾਂਗਰਸ ਉਹਨਾਂ ਨੂੰ ਕੱਢ ਚੁੱਕੀ ਹੈ, ਉਹ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਹੱਥ ਪੈਰ ਮਾਰ ਰਹੇ ਨੇ, ਸਿਆਸਤ ਦੇ ਵਿੱਚ ਪੂਰਾ ਮੁੜ ਤੋਂ ਚਮਕਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਕਾਂਗਰਸ ਤੇ ਹਮਲੇ ਕੀਤੇ ਹੈਗੇ ਨੇ। ਕਾਫੀ ਭਖੇ ਨੇ। ਉਹਨਾਂ ਨੇ ਇੱਕ ਟੀਵੀ ਨੂੰ ਇੰਟਰਵਿਊ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਕਿਸਤਾਨੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਨੇ। ਚੇਤਾਵਨੀ ਦਿੱਤੀ ਹੈ ਕਿ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਸਿੱਧੂ ਤੇ ਮੇਰੀ ਲੜਾਈ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ਤੇ ਜ਼ਰੂਰ ਪਛਤਾਏਗੀ। ਤੇ ਨਾਲ ਹੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਬਾਰੇ ਵੀ ਕਿਹਾ ਕਿ ਚੰਨੀ ਹੀ ਸੀ ਜਿਹਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ ਸੀ। ਫਿਰ ਵੀ ਕਹਿੰਦੇ ਮੈਂ ਚੰਨੀ ਨੂੰ ਇੱਕ ਕਾਬਿਲ ਆਦਮੀ ਸਮਝਦਾ ਹਾਂ ਜਿਹੜਾ ਕਿ ਪਹਿਲਾ ਅਨੁਸੂਚਿਤ ਜਾਤੀਆਂ ਦਾ ਪੰਜਾਬ ਦਾ ਮੁੱਖ ਮੰਤਰੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਤੇ ਵੀ ਉਹਨਾਂ ਨੇ ਨਿਸ਼ਾਨੇ ਲਾਏ। ਸੋਨੀਆ ਗਾਂਧੀ, ਰਾਹੁਲ ਗਾਂਧੀ ਬਾਰੇ ਵੀ ਬਿਆਨ ਦਿੱਤੇ ਕੈਪਟਨ ਅਮਰਿੰਦਰ ਸਿੰਘ ਨੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਬੋਧਨ ਦੇ ਵਿੱਚ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਰਹਿਣ ਲੱਗੇ ਨੇ। ਨਿਸ਼ਾਨਾ ਉਹਨਾਂ ਦਾ ਹੁਣ ਕੇਜਰੀਵਾਲ ਹੀ ਹੁੰਦੇ ਨੇ ਤੇ ਕੇਜਰੀਵਾਲ ਦਾ ਨਿਸ਼ਾਨਾ ਵੀ ਖਾਸ ਤੌਰ ਤੇ ਚੰਨੀ ਹੁੰਦੇ ਨੇ। ਚੰਨੀ ਨੇ ਕਿਹਾ ਕਿ ਕੇਜਰੀਵਾਲ ਕੌਣ ਹੈ, ਕਿੱਥੋਂ ਆਇਆ ਹੈ, ਹਰ ਗੱਲ ਤੇ ਝੂਠ ਬੋਲਦਾ ਹੈ, ਦਿੱਲੀ ਤੋਂ ਆ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜੋ ਵਾਅਦੇ ਪੰਜਾਬ 'ਚ ਕਰ ਰਹੇ ਨੇ ਉਹ ਪਹਿਲਾਂ ਦਿੱਲੀ 'ਚ ਪੂਰੇ ਕਰਕੇ ਦਿਖਾਉਣ। ਤੇ ਮੁੱਖ ਮੰਤਰੀ ਚੰਨੀ ਦਾ ਇੱਕ ਹੋਰ ਬਿਆਨ ਵੀ ਕਾਫੀ ਵੱਡੇ ਸੰਕੇਤ ਕਰਦਾ ਹੈ। ਕਹਿੰਦੇ ਮੈਂ ਆਪਣੇ ਆਪ ਨੂੰ ਆਪਣਾ ਵਿਰੋਧੀ ਸਮਝਦਾ, ਮੈਂ ਖਿਡਾਰੀ ਹਾਂ, ਕਪਤਾਨ ਨਹੀਂ ਹਾਂ, ਮੈਂ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੌੜ 'ਚ ਮੰਨਦਾ ਹੀ ਨਹੀਂ। ਜਦੋਂ ਕਹਿੰਦੇ ਰਾਹੁਲ ਗਾਂਧੀ ਦਾ ਫੋਨ ਆਇਆ ਤਾਂ ਉਹਨਾਂ ਨੇ ਵੀ ਕਿਹਾ ਵੀ ਜੋ ਵੀ ਸਮਾਂ ਮਿਲਿਆ ਪੰਜਾਬ ਦੀ ਬਿਹਤਰੀ ਲਈ ਕੰਮ ਕਰੋ, ਯਾਨੀ ਕਿ ਅੰਦਰਲੀ ਗੱਲ ਕਿਤੇ ਨਾ ਕਿਤੇ ਸੀਐਮ ਸਾਹਿਬ ਦੱਸ ਗਏ ਨੇ। ਨਵਜੋਤ ਸਿੰਘ ਸਿੱਧੂ ਬਾਰੇ ਵੀ ਚੰਨੀ ਨੇ ਕਿਹਾ ਕਿ ਸਿੱਧੂ ਮੇਰੇ ਵੱਡੇ ਭਰਾ ਨੇ, ਯਾਨੀ ਕਿ ਆਉਂਦੀਆਂ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਚੰਨੀ ਨੂੰ ਸੰਕੇਤ ਹਾਈਕਮਾਂਡ ਦੇ ਵੱਲੋਂ ਮਿਲ ਗਏ ਹੋਣ ਕਿ ਆਉਂਦੀਆਂ ਚੋਣਾਂ ਦੇ ਵਿੱਚ ਤੁਸੀਂ ਸੀਐਮ ਚਿਹਰਾ ਨਹੀਂ ਹੋਵੋਗੇ।
ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਨਾਲ ਹੁਣ ਹਾਈ ਕਮਾਂਡ ਦੀ ਦਾਲ ਹੈ ਜਿਹੜੀ ਉਹ ਗਲ ਗਈ ਹੋਏਗੀ। ਐਸਜੀਪੀਸੀ ਨੇ ਵਿਸਾਖੀ ਮੌਕੇ ਪਾਕਿਸਤਾਨ ਦੇ ਇਤਿਹਾਸਿਕ ਅਸਥਾਨਾਂ ਦੀ, ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਕਰਨ ਦੀ ਚਾਹਵਾਨ ਸੰਗਤ ਤੋਂ ਪਾਸਪੋਰਟ ਮੰਗੇ ਨੇ ਤੇ ਜਿਹੜੇ ਵੀ ਚਾਹਵਾਨ ਹੈਗੇ ਨੇ ਯਾਤਰੀ ਉਹ ਆਪਣੇ ਪਾਸਪੋਰਟ ਆਪਣੇ ਹਲਕੇ ਦੇ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਦੀ ਸਿਫਾਰਿਸ਼ ਅਤੇ ਪਛਾਣ ਦੇ ਸਬੂਤ ਸਮੇਤ 31 ਦਸੰਬਰ 2021 ਤੱਕ ਕਮੇਟੀ ਦਫ਼ਤਰ ਦੇ ਵਿੱਚ ਆਪਣੇ ਪਾਸਪੋਰਟ ਨੇ ਜਿਹੜੇ ਉਹ ਜਮ੍ਹਾਂ ਕਰਵਾ ਸਕਦੇ ਨੇ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੁੰਦੜ ਦੇ ਵਿੱਚ ਸ਼ੁੱਕਰਵਾਰ ਦੀ ਸ਼ਾਮ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਕਤਲ ਕੀਤੇ ਗਏ ਡੇਰਾ ਸਿਰਸਾ ਦੇ ਪ੍ਰੇਮੀ ਚਰਨਦਾਸ ਦਾ ਜਿਹੜਾ ਅੰਤਿਮ ਸੰਸਕਾਰ ਉਹ ਪੁਲਿਸ ਦੀ ਕਰੜੀ ਸੁਰੱਖਿਆ ਦੇ ਹੇਠ ਕਰ ਦਿੱਤਾ ਗਿਆ। ਕਤਲ ਕਾਰਨ ਪਿੰਡ ਭੁੰਦੜ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਤੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਹੈ ਜਿਹੜੀ ਉਹ ਤੈਨਾਤ ਸੀ। ਜਲੰਧਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਵਿਰੋਧ ਕਰ ਰਹੀਆਂ ਕੁੜੀਆਂ ਤੇ ਪੰਜਾਬ ਪੁਲਿਸ ਨੇ ਭਾਰੀ ਲਾਠੀਚਾਰਜ ਕੀਤਾ ਹੈ। ਪਿਛਲੇ ਕਰੀਬ 4 ਦਿਨਾਂ ਤੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਭਰਤੀ ਦੇ ਫਰਜ਼ੀਵਾੜੇ ਨੂੰ ਲੈ ਕੇ ਇੱਥੇ ਮੁੰਡਿਆਂ ਕੁੜੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਲੰਧਰ ਦੇ ਪੀਏਪੀ ਚੌਂਕ ਵਿੱਚ ਧਰਨੇ ਤੇ ਬੈਠੇ ਮੁੰਡੇ ਕੁੜੀਆਂ ਨੂੰ ਉੱਥੋਂ ਹਟਾਉਣ ਦੇ ਲਈ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ। ਕਈ ਕੁੜੀਆਂ ਇੱਥੇ ਜ਼ਖਮੀ ਹੋ ਗਈਆਂ, ਕਈ ਬੇਹੋਸ਼ ਹੋ ਕੇ ਡਿੱਗ ਵੀ ਪਈਆਂ। ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ। ਪ੍ਰਦਰਸ਼ਨਕਾਰੀ ਨੌਜਵਾਨ ਪੀਏਪੀ ਫਲਾਈਓਵਰ ਤੇ ਨੈਸ਼ਨਲ ਹਾਈਵੇ ਨੰਬਰ 1 ਨੂੰ ਰੋਕਣ ਲਈ ਆਏ ਸੀ। ਪਟਿਆਲਾ ਦੇ ਵਿੱਚ ਵੀ ਕੁਝ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਨੇ। ਪੁਲਿਸ ਨੇ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਕਰੋਨਾ ਵਾਰੀਅਰਸ ਨੂੰ ਧੱਕੇ ਨਾਲ ਹਿਰਾਸਤ ਵਿੱਚ ਲੈ ਕੇ ਕੌਮੀ ਹਾਈਵੇ ਨੂੰ ਖੁਲਵਾ ਦਿੱਤਾ। ਪੁਲਿਸ ਇਸ ਕਾਰਵਾਈ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਸੱਟਾਂ ਵੀ ਲੱਗੀਆਂ ਜਿਹੜੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਏ ਗਏ। ਆਊਟਸੋਰਸ ਨੀਤੀ ਤਹਿਤ ਰੱਖੇ ਗਏ ਇਹਨਾਂ ਕੋਵਿਡ ਵਾਰੀਅਰਸ ਨੇ ਨੌਕਰੀਆਂ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਬਠਿੰਡਾ ਹਾਈਵੇ ਤੇ ਜਾਮ ਲਾਇਆ ਹੋਇਆ ਸੀ। ਦਿਨ ਰਾਤ ਦਾ ਧਰਨਾ ਇੱਥੇ ਚੱਲ ਰਿਹਾ ਸੀ ਪਰ ਪੁਲਿਸ ਨੇ ਧੱਕੇ ਨਾਲ ਬੰਦ ਕਰਵਾ ਦਿੱਤਾ। ਬਠਿੰਡਾ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਠਿੰਡਾ ਦੌਰਾ ਮੁੜ ਵਿਵਾਦਾਂ ਭਰਿਆ ਰਿਹਾ ਤੇ ਉਹਨਾਂ ਨੂੰ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਖਜ਼ਾਨਾ ਮੰਤਰੀ ਦੇ ਪ੍ਰੋਗਰਾਮ ਦਾ ਇੱਥੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੇ ਡਟਵਾਂ ਵਿਰੋਧ ਕੀਤਾ ਤੇ ਇੱਥੇ ਵੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਸਿਵਲ ਹਸਪਤਾਲ ਬਠਿੰਡਾ ਵੀ ਧਰਨਿਆਂ ਦਾ ਅਖਾੜਾ ਬਣਿਆ ਹੋਇਆ ਹੈ। ਇੱਥੇ ਲੋਕਾਂ ਨੂੰ ਇਲਾਜ ਦੀ ਬਜਾਏ ਸੰਘਰਸ਼ੀ ਨਾਅਰਿਆਂ ਦੀ ਆਵਾਜ਼ ਹੈ ਜਿਹੜੀ ਉਹ ਸੁਣਨੀ ਪੈਂਦੀ ਹੈ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਵੱਖਰੇ ਤੌਰ ਤੇ ਸਿਵਲ ਹਸਪਤਾਲ ਦੇ ਵਿੱਚ ਮੋਰਚਾ ਲਾਇਆ ਹੋਇਆ ਹੈ। ਐਨਐਚਐਮ ਕਰਮਚਾਰੀ ਵੀ 15 ਤਰੀਕ ਤੋਂ ਪੱਕੇ ਰੁਜ਼ਗਾਰ ਲਈ ਧਰਨਾ ਦੇ ਰਹੇ ਨੇ, ਰੋਸ ਮੁਜ਼ਾਹਰੇ ਕਰ ਰਹੇ ਨੇ ਪਰ ਪੰਜਾਬ ਦੀ ਸਰਕਾਰ ਪਤਾ ਨਹੀਂ ਕਿਹੜੇ ਵਾਅਦੇ ਕਰ ਰਹੀ ਹੈ, ਕਿਹੜੇ ਐਲਾਨ ਕਰ ਰਹੀ ਹੈ। ਕਰੋਨਾ ਦਾ ਦੌਰ ਭਾਵੇਂ ਖਤਮ ਹੋ ਗਿਆ ਹੈ, ਓਮੀਕਰੋਨ ਦਾ ਰੌਲਾ ਪੈ ਰਿਹਾ ਹੈ ਪਰ ਉੱਤਰੀ ਰੇਲਵੇ ਕਈ ਰੂਟਾਂ ਤੇ ਲਗਾਤਾਰ ਟ੍ਰੇਨਾਂ ਚਲਾ ਰਿਹਾ ਹੈ। ਲੰਬੀ ਦੂਰੀ ਦੇ ਨਾਲ-ਨਾਲ ਉੱਤਰੀ ਰੇਲਵੇ ਨੇ ਹੁਣ ਲੋਕਲ ਟ੍ਰੇਨਾਂ ਨੂੰ ਵੀ ਚਲਾਉਣ ਦਾ ਫੈਸਲਾ ਲਿਆ ਹੈ। ਉੱਤਰੀ ਰੇਲਵੇ ਅੰਮ੍ਰਿਤਸਰ ਤੇ ਜਲੰਧਰ ਤੋਂ 8 ਰੂਟ ਸ਼ੁਰੂ ਕਰਨ ਜਾ ਰਿਹਾ ਹੈ। ਸਾਰੇ ਰੂਟ ਲੋਕਲ ਟ੍ਰੇਨਾਂ ਦੇ ਹੋਣਗੇ। ਇਹਨਾਂ ਰੂਟਾਂ ਤੇ ਲੋਕਲ ਯਾਤਰੀ ਆ ਜਾ ਸਕਣਗੇ। ਟ੍ਰੇਨਾਂ ਬਿਨਾਂ ਰਿਜ਼ਰਵੇਸ਼ਨ ਦੇ ਚੱਲਣਗੀਆਂ। 7 ਰੂਟ ਪੰਜਾਬ ਦੇ ਨੇ, 1 ਰੂਟ ਹਿਮਾਚਲ ਪ੍ਰਦੇਸ਼ ਦੇ ਲਈ ਸ਼ੁਰੂ ਕੀਤਾ ਗਿਆ ਹੈ। ਭਾਰਤ ਦੇ ਸੀਨੀਅਰ ਪੱਤਰਕਾਰ ਵਿਨੋਦ ਦੁਆ ਦੀ ਮੌਤ ਹੋ ਗਈ ਹੈ। ਉਹਨਾਂ ਦਾ 67 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਹੈ। ਹਿੰਦੀ ਪੱਤਰਕਾਰਤਾ ਦੇ ਵਿੱਚ ਇੱਕ ਮਜ਼ਬੂਤ ਥੰਮ ਦੇ ਵਜੋਂ ਜਾਣੇ ਜਾਂਦੇ ਸੀ ਵਿਨੋਦ ਦੁਆ ਤੇ ਉਹਨਾਂ ਦੀ ਮੌਤ ਤੇ ਸਾਰੇ ਪੱਤਰਕਾਰ ਸਾਥੀਆਂ ਸਮੇਤ ਸਿਆਸਤਦਾਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦੀ ਧੀ ਜਿਹੜੀ ਮਲਿਕਾ ਦੁਆ ਹੈ ਉਸਨੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ, ਲਗਾਤਾਰ ਅਪਡੇਟ ਦਿੰਦੀ ਰਹੀ ਸੀ। ਮਲਿਕਾ ਦੁਆ ਨੇ ਦੱਸਿਆ ਕਿ ਪਿਤਾ ਵਿਨੋਦ ਦੁਆ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਲੋਧੀ ਕ੍ਰੀਮੇਟੋਰੀਅਮ ਦੇ ਵਿੱਚ ਕੀਤਾ ਜਾਊਗਾ ਤੇ ਜਿਹੜੇ ਵਿਨੋਦ ਦੁਆ ਹੈਗੇ ਨੇ ਉਹਨਾਂ ਨੂੰ ਚੰਗੀ ਪੱਤਰਕਾਰਤਾ ਦੇ ਲਈ ਜਾਣਿਆ ਜਾਂਦਾ ਸੀ। ਸਿਰਕੱਢ ਪੱਤਰਕਾਰ ਸਨ, ਭਾਰਤ ਦੇ ਧੜੱਲੇ ਨਾਲ ਬੋਲਦੇ ਸੀ, ਚੰਗੀ ਪੱਤਰਕਾਰੀ ਕਰਦੇ ਸੀ। ਯੂਪੀ ਤੋਂ ਤੁਹਾਨੂੰ ਇੱਕ ਦਿਲਚਸਪ ਖਬਰ ਦੱਸ ਦਿੰਨੇ ਆ ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੀ ਖਬਰ ਵੀ ਹੈ ਤੇ ਸਰਕਾਰ ਜਿਹੜੇ ਠੇਕੇਦਾਰਾਂ ਤੋਂ ਕੰਮ ਕਰਵਾਉਂਦੀ ਹੈ ਉਹ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ ਉਸ ਦਾ ਵੀ ਖੁਲਾਸਾ ਕਰਦੀ ਹੈ। ਦਰਅਸਲ ਯੂਪੀ ਦੇ ਬਿਜਨੌਰ ਜ਼ਿਲ੍ਹੇ ਦੇ ਵਿੱਚ ਨਵੀਂ ਉਸਾਰੀ ਗਈ ਸੜਕ ਦੇ ਉਦਘਾਟਨ ਮੌਕੇ ਜਦੋਂ ਬੀਜੇਪੀ ਵਿਧਾਇਕਾ ਸੁੱਚੀ ਚੌਧਰੀ ਨੇ ਨਾਰੀਅਲ ਭੰਨਿਆ ਤਾਂ ਸੜਕ ਦੇ ਵਿੱਚ ਦਰਾੜ ਹੀ ਪੈ ਗਈ। ਯਾਨੀ ਕਿ ਨਵੀਂ ਸੜਕ ਬਣੀ ਸੀ, ਉਦਘਾਟਨ ਕੀਤਾ ਜਾਣਾ ਸੀ, ਨਾਰੀਅਲ ਭੰਨਣ ਦੇ ਨਾਲ ਹੀ ਸੜਕ ਦੇ ਵਿੱਚ ਤੇੜਾਂ ਆ ਗਈਆਂ ਤੇ ਬਜਰੀ ਨਿਕਲ ਕੇ ਬਾਹਰ ਆ ਗਈ। ਇਸ ਘਟਨਾ ਤੋਂ ਬਾਅਦ ਬੀਜੇਪੀ ਵਿਧਾਇਕਾ ਗੁੱਸੇ ਦੇ ਵਿੱਚ ਆ ਗਈ, ਧਰਨੇ ਤੇ ਬਹਿ ਗਈ ਤੇ ਸੜਕ ਦੀ ਮਾੜੀ ਹਾਲਤ ਲਈ ਉਸਨੇ ਅਧਿਕਾਰੀਆਂ ਦੀ ਝਾੜ ਝੰਬ ਵੀ ਕੀਤੀ। ਜਾਣਕਾਰੀ ਮਿਲੀ ਹੈ ਕਿ 7 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਤੇ 1 ਕਰੋੜ 16 ਲੱਖ ਦਾ ਖਰਚਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਦਿੱਲੀ ਐਕਸਪ੍ਰੈਸ ਸੜਕ ਦਾ ਨੀਂਹ ਪੱਥਰ ਰੱਖਿਆ। ਵਰਚੁਅਲ ਢੰਗ ਦੇ ਨਾਲ 18,000 ਕਰੋੜ ਦੀਆਂ ਵਿਕਾਸ ਯੋਜਨਾਵਾਂ ਦੇ ਨੀਂਹ ਪੱਥਰ ਰੱਖੇ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਦਾਅਵਾ ਕੀਤਾ
ਕਿ ਸਾਡੀ ਸਰਕਾਰ ਦੁਨੀਆ ਦੇ ਕਿਸੇ ਵੀ ਮੁਲਕ ਦੇ ਦਬਾਅ ਦੇ ਵਿੱਚ ਨਹੀਂ ਆ ਸਕਦੀ। ਪ੍ਰਧਾਨ ਮੰਤਰੀ ਜੀ ਦਾ ਇਹ ਬਿਆਨ ਸੁਣਨ ਤੋਂ ਬਾਅਦ ਯਾਦ ਆ ਜਾਂਦੀ ਹੈ ਚੀਨ ਅਤੇ ਭਾਰਤ ਦੇ ਫੌਜੀਆਂ ਦੇ ਵਿਚਾਲੇ ਜਦੋਂ ਝੜਪ ਹੋਈ ਸੀ ਸਰਹੱਦ ਦੇ ਉੱਤੇ ਤੇ ਸਾਡੇ ਜਿਹੜੇ ਜਵਾਨ ਫੌਜੀ ਸ਼ਹਾਦਤਾਂ ਪਾ ਗਏ ਸੀ ਤੇ ਸਾਡੀ ਸਰਕਾਰ ਨੇ ਚੀਨ ਦਾ ਨਾਮ ਤੱਕ ਨਹੀਂ ਲਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅਯੋਧਿਆ ਦੇ ਰਾਮ ਮੰਦਿਰ ਤੱਕ 1000 ਸ਼ਰਧਾਲੂਆਂ ਨੂੰ ਲਿਜਾਣ ਵਾਲੀ ਪਹਿਲੀ ਟ੍ਰੇਨ ਨੂੰ ਰਵਾਨਾ ਕੀਤਾ। ਜੈ ਸ਼੍ਰੀ ਰਾਮ ਦੇ ਨਾਅਰੇ ਇੱਥੇ ਲਾਏ ਜਾ ਰਹੇ ਸੀ। ਮੁੱਖ ਮੰਤਰੀ ਕੇਜਰੀਵਾਲ ਖੁਦ ਮੌਜੂਦ ਰਹੇ ਤੇ ਹਰੀ ਝੰਡੀ ਦਿਖਾ ਕੇ ਇਸ ਟ੍ਰੇਨ ਨੂੰ ਰਵਾਨਾ ਕੀਤਾ। ਟ੍ਰੇਨ ਦੇ ਰਵਾਨਾ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਾਡੇ ਕਈ ਸੀਨੀਅਰ ਜਿਹੜੇ ਸਿਟੀਜ਼ਨ ਹੈਗੇ ਨੇ ਉਹ ਮੁਫਤ ਦੇ ਵਿੱਚ ਦਰਸ਼ਨ ਕਰ ਸਕਣਗੇ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਸਰਕਾਰ ਇਸ ਮੌਕੇ ਸਟੇਸ਼ਨ ਤੇ ਇੱਕ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਸੀ ਪਰ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਇਸ ਘਟਨਾ ਬਾਰੇ ਦੱਸ ਦਿੰਨੇ ਆ ਜਿਹੜੀ ਕਿ 2 ਤੇ 3 ਦਸੰਬਰ ਦੀ ਰਾਤ ਨੂੰ 1984 ਦੇ ਵਿੱਚ ਵਾਪਰੀ ਸੀ। ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕ ਬਣਾਉਣ ਵਾਲੇ ਪਲਾਂਟ ਦੇ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋ ਗਈ ਸੀ ਤੇ ਉਸ ਗੈਸ ਲੀਕ ਹੋਣ ਨਾਲ 3000 ਲੋਕ ਮਾਰੇ ਗਏ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦੁਖਾਂਤ ਹੈ ਜਿਹੜਾ ਉਹ ਵਾਪਰਿਆ ਸੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜ਼ਹਿਰੀਲੀ ਗੈਸ ਦੀ ਮਾਰ ਹੇਠ ਆ ਗਏ ਸੀ। ਹਾਦਸੇ ਵਿੱਚ ਬਚਣ ਵਾਲੇ ਕਈ ਲੋਕਾਂ ਨੇ ਵੱਖ-ਵੱਖ ਗੈਰ ਸਰਕਾਰੀ ਜਥੇਬੰਦੀਆਂ ਨਾਲ ਬੰਦ ਹੋਈ ਕੰਪਨੀ ਯੂਨੀਅਨ ਕਾਰਬਾਈਡ ਦੇ ਵੱਲ ਰੋਸ ਮਾਰਚ ਵੀ ਕੱਢਿਆ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਵੀ ਫੜੇ ਹੋਏ ਸੀ ਜਿਨ੍ਹਾਂ ਤੇ ਲਿਖਿਆ ਹੋਇਆ ਸੀ ਕਿ ਭੋਪਾਲ ਗੈਸ ਤਰਾਸਦੀ ਕਾਰਨ ਵਿਧਵਾ ਹੋਈਆਂ 500 ਔਰਤਾਂ ਨੂੰ ਪੈਨਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ, ਜਦਕਿ ਮੁੱਖ ਮੰਤਰੀ ਨੇ ਇਸ ਦਾ ਵਾਅਦਾ ਕੀਤਾ ਸੀ। ਨਾਲ ਹੀ ਇਹ ਵੀ ਸਵਾਲ ਚੁੱਕਿਆ ਕਿ ਮੱਧ ਪ੍ਰਦੇਸ਼ ਸਰਕਾਰ ਕਿਸੇ ਵੀ ਪੀੜਤ ਜਾਂ ਉਸਦੇ ਬੱਚੇ ਨੂੰ ਰੁਜ਼ਗਾਰ ਕਿਉਂ ਨਹੀਂ ਦੇ ਸਕੀ। ਜੇਕਰ ਇਹ ਪਿਛਲੇ 10 ਸਾਲਾਂ ਤੋਂ 85 ਕਰੋੜ ਜਦਕਿ ਸਰਕਾਰ ਹੈ ਜਿਹੜੀ ਉਹ ਪਿਛਲੇ 10 ਸਾਲਾਂ ਤੋਂ 85 ਕਰੋੜ ਜਾਂ ਫਿਰ 1 ਕਰੋੜ ਡਾਲਰ ਤੋਂ ਵੀ ਵੱਧ ਦੀ ਰਾਸ਼ੀ ਦੱਬ ਕੇ ਬੈਠੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਰਹੱਦੀ ਰੇਖਾ ਨੂੰ ਨਾ ਉਲੰਘੇ, ਸਰਹੱਦੀ ਰੇਖਾ ਨੂੰ ਨਾ ਟੱਪੇ ਕਿਉਂਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦਰਅਸਲ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਰੂਸ ਯੂਕਰੇਨ ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਰੂਸ ਦੇ ਲਈ ਆਪਣੇ ਗੁਆਂਢੀ ਤੇ ਹਮਲਾ ਕਰਨ ਨੂੰ ਅਸੀਂ ਬਹੁਤ ਜ਼ਿਆਦਾ ਮੁਸ਼ਕਿਲ ਬਣਾ ਦੇਵਾਂਗੇ। ਅਮਰੀਕੀ ਖੁਫੀਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਰੂਸ ਯੂਕਰੇਨ ਤੇ ਸਾਲ 2022 ਦੀ ਸ਼ੁਰੂਆਤ ਵਿੱਚ ਫੌਜੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਇਸ ਫੌਜੀ ਕਾਰਵਾਈ ਵਿੱਚ ਰੂਸ ਦੇ 1,75,000 ਫੌਜੀ ਸ਼ਾਮਿਲ ਹੋਣਗੇ ਤੇ ਅਮਰੀਕਾ ਨੇ ਹੁਣ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਰੂਸ ਯੂਕਰੇਨ ਤੇ ਹਮਲਾ ਕਰੇਗਾ ਤਾਂ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ। ਉਧਰ ਚੀਨ ਨੇ ਬਿਆਨ ਦਿੱਤਾ ਹੈ ਕਿ ਅਮਰੀਕੀ ਲੋਕਤੰਤਰ ਲੰਬੇ ਸਮੇਂ ਤੋਂ ਇੱਕ ਅਜਿਹੀ ਨਦੀ ਹੈ ਜਿਸ ਦਾ ਕੋਈ ਸਰੋਤ ਹੀ ਨਹੀਂ ਹੈ ਤੇ ਇੱਕ ਅਜਿਹਾ ਰੁੱਖ ਹੈ ਜਿਸ ਦੀਆਂ ਜੜ੍ਹਾਂ ਹੀ ਨਹੀਂ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਹਾਰਵਰਡ ਕੈਨੇਡੀ ਸਕੂਲ ਦੇ ਵਿੱਚ ਉਸ ਸਰਵੇ ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨੌਜਵਾਨਾਂ ਦੇ ਵਿੱਚ ਲੋਕਤੰਤਰ ਨੂੰ ਲੈ ਕੇ ਭਰੋਸਾ ਘਟਿਆ ਹੈ। ਉਸ ਤੋਂ ਬਾਅਦ ਚੀਨ ਦਾ ਇਹ ਬਿਆਨ ਆਇਆ, ਚੀਨ ਨੂੰ ਮੌਕਾ ਮਿਲ ਗਿਆ। ਫਰਾਂਸ ਤੇ UAE ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਰੱਖਿਆ ਸੌਦਾ ਹੋਇਆ ਹੈ। ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਨੇ ਫਰਾਂਸ ਦੇ ਨਾਲ 80 ਰਾਫੇਲ ਲੜਾਕੂ ਜਹਾਜ਼ ਅਤੇ 12 ਫੌਜੀ ਹੈਲੀਕਾਪਟਰ ਖਰੀਦਣ ਦਾ ਫੈਸਲਾ ਕੀਤਾ ਹੈ। ਲਗਭਗ 19.5 ਅਰਬ ਡਾਲਰ ਦੇ ਹਥਿਆਰਾਂ ਦੇ ਇਸ ਸੌਦੇ ਦੇ ਜ਼ਰੀਏ ਫਰਾਂਸ ਅਤੇ UAE ਦੇ ਆਰਥਿਕ ਅਤੇ ਸਿਆਸੀ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਇਸ ਸੌਦੇ ਨੂੰ ਇਤਿਹਾਸਿਕ ਦੱਸਿਆ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।